ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਦਰਸ਼ਕੋ। ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ। ਤੁਸੀਂ ਦੇਖ ਰਹੇ ਹੋ ਜਸ ਟੀਵੀ, ਹੱਕ ਸੱਚ ਤੇ ਆਵਾਮ ਦੀ ਆਵਾਜ਼। ਦਰਸ਼ਕੋ, ਆਪਾਂ ਮੋਟੀਵੇਸ਼ਨਲ ਪ੍ਰੋਗਰਾਮ ਕੀਤੇ ਪਿੱਛੇ ਜੇ, ਪਰ ਅੱਜ ਇੱਕ ਨਿਵੇਕਲੀ ਸ਼ਖਸੀਅਤ ਤੁਹਾਡੇ ਰੂਬਰੂ ਕਰ ਰਹੇ ਹਾਂ। ਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਨੱਖ ਨੱਥ ਖਸਮ ਹੱਥ ਕਿਰਤ ਤੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਇਹੀ ਹੈ। ਆਪਾਂ ਸਰਵਾਈਵਲ ਲਈ ਘੁੰਮ ਰਹੇ ਹਾਂ। ਆਪਾਂ ਤੁਸੀਂ ਦੇਖਿਓ ਕਿ ਕੋਈ ਕਿਤੇ ਪੈਦਾ ਹੋਇਆ ਆ, ਨੌਰਥ ਇੰਡੀਆ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ ਤਾਂ ਪਤਾ ਨਹੀਂ ਪ੍ਰਵਾਸ ਕਦੋਂ ਦਾ ਸ਼ੁਰੂ ਹੈ। ਦੁਆਬੇ ਦੀ ਗੱਲ ਕਰੀਏ ਤਾਂ 1800 ਤੋਂ ਕੋਈ 1700 ਤੋਂ ਕਹਿੰਦਾ ਕਿ ਯੂਰਪ ਜਾਣੇ ਸ਼ੁਰੂ ਹੋ ਗਏ ਸੀ, ਅੱਡ ਕੰਟਰੀਆਂ ਜਾਣੇ ਸ਼ੁਰੂ ਹੋ ਗਏ ਸੀ। ਅਸੀਂ ਗੱਲ ਕਰਦੇ ਹਾਂ ਹੁਣ ਤਾਂ ਹਰਿਆਣਾ, ਰਾਜਸਥਾਨ ਤੋਂ ਵੀ ਮੁੰਡੇ ਕੁੜੀਆਂ ਆਪਦੇ ਸਰਵਾਈਵਲ ਲਈ ਬਾਹਰਲੀਆਂ ਦੇਸ਼ਾਂ 'ਚ, ਪਹਿਲਾਂ ਉਹ ਆਉਂਦੇ ਨਹੀਂ ਸੀ, ਹੁਣ ਆਉਣੇ ਸ਼ੁਰੂ ਹੋ ਗਏ ਹੈ ਔਰ ਉਹਨਾਂ ਨੂੰ ਚੰਗਾ ਵੀ ਲੱਗ ਰਿਹਾ। ਖਾਸ ਕਰਕੇ ਜਿਹੜੇ ਹਾਲਾਤ ਬਣੇ ਜਾ ਰਹੇ ਨੇ, ਵੱਡੀ ਪਾਪੂਲੇਸ਼ਨ ਵਾਲਾ ਕੰਟਰੀ ਹੈ ਭਾਰਤ ਦੇ ਵਿੱਚ, ਉਹਦੇ ਵਿੱਚ ਸਰਵਾਈਵਲ ਦਾ ਬੜਾ ਇਸ਼ੂ ਹੁੰਦਾ। ਪਰ ਅਖੀਰ ਦੇ ਵਿੱਚ ਦਰਸ਼ਕੋ, ਤੁਸੀਂ ਇੱਕ ਚੀਜ਼ ਨੋਟ ਕੀਤੀ ਹੈ, ਮੇਰੇ ਬੜੇ ਜਾਣਨ ਵਾਲੇ ਇੱਥੇ NRI ਵੀਰ ਨੇ ਜਿਹੜੇ ਕਿ ਵਾਹਵਾ ਕਮਾਈ ਕਰਕੇ ਅਖੀਰ ਉਹ ਜਦੋਂ 50 ਦੇ ਨੇੜੇ ਹੁੰਦੇ ਤਾਂ ਉਹ ਬਾਅਦ ਦੇ ਵਿੱਚ ਇੰਡੀਆ ਜਾਣਾ ਸ਼ੁਰੂ ਕਰ ਦਿੰਦੇ ਹਰੇਕ ਸਾਲ ਵਿਦਆਊਟ ਕੋਈ ਫੰਕਸ਼ਨ। ਕਿਉਂਕਿ ਮਨ ਦੀ ਸੰਤੁਸ਼ਟੀ ਉੱਥੇ ਹੁੰਦੀ ਜਿੱਥੇ ਤੁਸੀਂ ਜੰਮੇ ਪਲੇ ਹੁੰਦੇ ਹੋ, ਜਾਂ ਜਿਹੜੇ ਕਲਚਰ ਦੇ ਵਿੱਚ ਤੁਸੀਂ ਬਰਾਟ ਅਪ ਕੀਤੇ ਗਏ ਹੁੰਦੇ ਹੋ, ਜਾਂ ਜਿਹੜੀ ਜਗ੍ਹਾ, ਜਿਹੜੇ ਘਰ ਦੇ ਵਿੱਚ ਤੁਸੀਂ ਰਹੇ ਹੋਵੋਗੇ, ਉੱਥੇ ਮਨ ਦੀ ਸੰਤੁਸ਼ਟੀ ਹੁੰਦੀ ਹੈ। ਪਹਿਲਾਂ ਆਪਾਂ ਉੱਥੇ ਨਹੀਂ ਜਾ ਸਕਦੇ ਕਿਉਂਕਿ ਸਰਵਾਈਵਲ ਦਾ ਇਸ਼ੂ ਹੁੰਦਾ ਹਰ ਜਗ੍ਹਾ। ਇੱਕ ਮੋਟੀਵੇਸ਼ਨਲ ਸਪੀਕਰ ਸਾਡੇ ਨਾਲ ਬਣੇ ਹੋਏ ਨੇ, ਬੜੀ ਮਾਣਮੱਤੀ ਸ਼ਖਸੀਅਤ ਹੈ, ਮੈਂ ਆਪਦੀ ਛੋਟੀ ਭੈਣ ਮੰਨਦਾ ਉਹਨਾਂ ਨੂੰ। ਆਪਦੇ ਜਿਹੜੇ ਰਸਤੇ ਸੀਗੇ ਉਹ ਅਪ ਐਂਡ ਡਾਊਨ ਕਰਦੇ ਹੋਏ ਹਾਈਟੈਕ ਜੌਬਾਂ 'ਤੇ ਵੀ ਗਏ, ਹੈਦਰਾਬਾਦ, ਬੈਂਗਲੋਰ, ਬਨਾਰਸ, ਸਾਰੀ ਜਗ੍ਹਾ ਰਹੇ। ਪਰ ਮਨ ਦੀ ਸੰਤੁਸ਼ਟੀ ਲਈ ਉਹਨਾਂ ਨੇ ਉਹ ਸਰਵਾਈਵਲ ਵਾਲਾ ਰਸਤਾ ਛੱਡ ਕੇ ਉਹਨਾਂ ਨੇ ਦੇਖਿਆ ਕਿ ਨਹੀਂ, ਮੈਂ ਖੇਤੀ ਵਿਰਾਸਤ ਮਿਸ਼ਨ ਹੈ ਜਿਹੜਾ, ਉਹਨਾਂ ਨਾਲ ਜੁੜਨਾ, ਔਰਗੈਨਿਕ ਫਸਲਾਂ ਦੇ ਵਿੱਚ ਆਪਦੀ ਜ਼ਿੰਦਗੀ ਗੁਜ਼ਾਰ ਕਰਨੀ, ਲੋਕਾਂ ਨੂੰ ਦੱਸਣਾ, ਆਪ ਤੋਂ ਛੋਟੀਆਂ ਕੁੜੀਆਂ ਜਾਂ ਆਪਦੇ ਬਰਾਬਰ ਦੀਆਂ ਕੁੜੀਆਂ ਨੂੰ ਦੱਸਣਾ ਕਿ ਖੱਡੀ ਕੀ ਹੁੰਦੀ ਹੈ ਔਰ ਚਾਦਰਾ ਬੁਣਨਾ ਕੀ ਹੁੰਦਾ, ਉਹ ਚੀਜ਼ਾਂ ਵੀ ਸਿਖਾ ਰਹੀ ਹੈ। ਉਹਦੇ ਵਿੱਚੋਂ ਹੀ ਸਰਵਾਈਵਲ ਵੀ ਨਿਕਲੀ ਆ ਰਿਹਾ। ਸਲੂਟ ਹੈ। ਨਹੀਂ ਤਾਂ ਜਦੋਂ ਬੰਦਾ ਗਲੈਮਰਸ ਦੀ ਦੁਨੀਆ 'ਚ ਪੈ ਜਾਂਦਾ, ਜਦੋਂ ਕੋਈ ਲੱਖ, 1.5 ਲੱਖ ਰੁਪਈਆ, 2 ਲੱਖ ਰੁਪਈਆ, 3 ਲੱਖ ਰੁਪਈਆ ਬਣਾਉਣ ਲੱਗ ਜਾਂਦਾ, ਤਾਂ ਬੰਦੇ ਦੇ ਡਰੀਮਸ ਜਿਹੜੇ ਆ ਨਾ, ਉਹ ਬੰਦਾ ਡਰੀਮ ਚੇਸ ਕਰਨ ਲੱਗ ਜਾਂਦਾ ਕਿ ਹੁਣ ਮੇਰੇ ਕੋਲ ਗੱਡੀਆਂ ਵੀ ਵੱਡੀਆਂ ਹੋਣ, ਇੱਕ ਵੱਡੀ ਸਾਰੀ ਕੋਠੀ ਵੀ ਕਿਸੇ ਸ਼ਹਿਰ 'ਚ ਹੋਵੇ, 2-4 ਨੌਕਰ ਚਾਕਰ ਵੀ ਹੋਣ। ਪਰ ਉਹ ਕਈ ਬੰਦੇ ਅਚੀਵ ਜ਼ਰੂਰ ਕਰ ਲੈਂਦੇ, ਪਰ ਮਨ ਦੀ ਸੰਤੁਸ਼ਟੀ ਇੱਕ ਚੀਜ਼ ਮਿਸ ਕਰਦਾ ਬੰਦਾ ਜਿਹੜਾ ਆਪਦੇ ਅੰਦਰੋਂ, ਕਿ ਮੈਂ ਆਹ ਚੀਜ਼ ਕਰਨੀ ਹੈ। ਮੈਨੂੰ ਪੱਤਰਕਾਰਤਾ ਦਾ ਸ਼ੌਂਕ ਸੀ, ਮੈਂ ਉੱਧਰ ਆ ਗਿਆ, ਪਰ ਨਾਲ ਦੀ ਨਾਲ ਸਰਵਾਈਵਲ ਲਈ ਮੇਰੇ ਕੋਲ ਜੌਬ ਵੀ ਹੈਗੀ ਹੈ, ਹੋਰ 1-2 ਕੰਮ ਵੀ ਹੈ, ਸਭ ਕੁਝ ਕਰੀ ਜਾਂਦੇ ਆ। ਪਰ ਗੱਲ ਹੁੰਦੀ ਹੈ ਕਿ ਜ਼ਿੰਦਗੀ ਜਿਹੜੀ ਟੱਪ ਗਈ ਉਨੀ ਮੋਰੇ ਹੈ ਨਹੀਂ। ਮੈਂ ਕਿਸੇ ਦਾ ਮਾੜਾ ਨਹੀਂ ਤੱਕ ਰਿਹਾ, ਪਰਮਾਤਮਾ ਸਾਰਿਆਂ ਨੂੰ ਲੰਮੀਆਂ ਉਮਰਾਂ ਕਰੇ। ਪਰ ਮੈਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਮਨ ਦੀ ਸੰਤੁਸ਼ਟੀ ਦੇ ਵਿੱਚ ਜੇ ਸਰਵਾਈਵਲ ਲੱਭ ਜਾਏ ਤਾਂ ਉਹੀ ਸਵਰਗ ਹੁੰਦਾ ਹੈ। ਠੀਕ ਹੈ। ਮੇਰੇ ਕਹਿਣ ਤੋਂ ਭਾਵ ਰੂਪਸੀ ਗਰਗ ਹੁਣੀ ਸਾਡੇ ਨਾਲ ਬਣੇ ਹੋਏ ਨੇ, ਉਹਨਾਂ ਬਾਰੇ ਆਪੇ ਹੀ ਉਹ ਦੱਸਣਗੇ ਕਿ ਕਿੱਦਾਂ ਉਹ ਇਸ ਸੰਘਰਸ਼ ਵਿੱਚ ਦੀ ਨਿਕਲ ਕੇ ਤੇ ਇਸ ਟਾਈਮ ਮਨ ਦੀ ਸੰਤੁਸ਼ਟੀ ਲਈ ਕੰਮ ਕਰ ਰਹੇ ਹਾਂ। ਰੂਪਸੀ ਭੈਣ ਜੀ, ਬਹੁਤ ਬਹੁਤ ਸਵਾਗਤ ਜੀ ਜਸ ਪੰਜਾਬੀ ਦੇ ਮੰਚ ਤੇ ਤੁਹਾਡਾ। ਨਮਸਤੇ ਜੀ, ਧੰਨਵਾਦ ਜੀ। ਸਭ ਤੋਂ ਪਹਿਲਾਂ ਤੁਸੀਂ ਸ਼ੁਰੂਆਤ ਕਰਦੇ ਹੋ, ਅੰਬਾਲੇ ਨੇੜੇ ਤੁਹਾਡਾ ਪਿੰਡ ਹੈ, ਪਟਿਆਲੇ ਲਾਗੇ ਹੈ, ਪੰਜਾਬ 'ਚ ਹੈ, ਪੰਜਾਬ ਹਰਿਆਣਾ ਬਾਰਡਰ 'ਤੇ ਹੈ। ਮੈਨੂੰ ਇਹ ਦੱਸੋ ਕਿ ਆਮ ਆਪਾਂ ਕੁੜੀ ਮੁੰਡਿਆਂ ਦੀਆਂ ਗੱਲਾਂ ਬਾਅਦ 'ਚ ਕਰ ਲਾਂਗੇ। ਆਮ ਇੱਕ ਮੀਡੀਅਮ ਮੱਧ ਵਰਗੀ ਪਰਿਵਾਰ 'ਚ ਇਹ ਹੁੰਦਾ ਕਿ ਸਾਡਾ ਬੱਚਾ ਪੜ੍ਹ ਕੇ ਤੇ ਬਹੁਤ ਸੋਹਣੀ ਜੌਬ 'ਤੇ ਚਲਾ ਜਾਏ, ਜਾਂ ਇਹਦੇ ਕੋਈ ਦੁਕਾਨਦਾਰੀ ਜਾਂ ਕੋਈ ਬਿਜ਼ਨਸ ਸੈੱਟ ਹੋ ਜਾਵੇ। ਤੁਸੀਂ ਉਹ ਮੁਕਾਮ ਹਾਸਲ ਕਰ ਲਿਆ ਸੀਗਾ, ਚਲੇ ਗਏ ਸੀਗੇ, ਜੌਬਾਂ 'ਤੇ ਵੀ ਚਲੇ ਗਏ ਸੀਗੇ, ਪਰ ਇਹ ਕਿੱਥੋਂ ਦਿਮਾਗ 'ਚ ਆਈ ਕਿ ਨਹੀਂ, ਖੇਤੀ ਵਿਰਾਸਤ ਮਿਸ਼ਨ ਨਾਲ ਹੀ ਜੁੜਨਾ ਹੈ ਤੇ ਉੱਥੇ ਹੀ ਮੇਰੀ ਮਨ ਦੀ ਜਿਹੜੀ ਸੰਤੁਸ਼ਟੀ ਹੈ ਤੇ ਬਾਕੀ ਦੀ ਜ਼ਿੰਦਗੀ ਉਹ 'ਚੋਂ ਹੀ ਸਰਵਾਈਵਲ ਲੱਭਣਾ। ਜੀ, ਬਹੁਤ ਧੰਨਵਾਦ ਮੈਨੂੰ ਇਸ ਪਲੇਟਫਾਰਮ ਤੇ ਇਨਵਾਈਟ ਕਰਨ ਲਈ ਔਰ ਆਪਣੇ ਨੂੰ ਐਕਸਪ੍ਰੈਸ ਕਰਨ ਦਾ ਮੌਕਾ ਦੇਣ ਲਈ। ਖੇਤੀ ਵਿਰਾਸਤ ਮਿਸ਼ਨ ਤੱਕ ਪਹੁੰਚਣ ਦੀ ਜਿਹੜੀ ਮੇਰੀ ਯਾਤਰਾ ਹੈ, ਉਹ ਕੋਈ 7-8 ਸਾਲ ਦੀ ਜਰਨੀ ਹੈ। 2011 ਦੇ ਵਿੱਚ ਜਦੋਂ ਮੈਂ ਘਰ ਤੋਂ ਬਾਹਰ ਹੈਦਰਾਬਾਦ ਗਈ ਤਾਂ ਉੱਥੇ ਮੈਂ 3 ਸਾਲ ਸੈਂਟਰ ਫॉर ਸੈਲੂਲਰ ਐਂਡ ਮੋਲੀਕੂਲਰ ਬਾਇਓਲੋਜੀ, ਇੱਕ ਰਿਸਰਚ ਇੰਸਟੀਟਿਊਟ ਹੈ, ਉੱਥੇ ਜੂਨੀਅਰ ਰਿਸਰਚ ਫੈਲੋ ਰਹਿ ਕੇ ਕੰਮ ਕੀਤਾ। ਔਰ ਉਸ ਤੋਂ ਬਾਅਦ ਮੈਂ ਲਾਈਫ ਸਾਇੰਸਿਸ ਤੋਂ ਸੋਸ਼ਲ ਸਾਇੰਸਿਸ ਦੇ ਵਿੱਚ ਐਂਟਰ ਕੀਤਾ, ਕਿਉਂਕਿ ਮੈਨੂੰ ਸੀਗਾ ਕਿ ਕੁਝ ਗ੍ਰਾਸ ਰੂਟ ਲੈਵਲ ਤੇ ਕਰਨਾ ਹੈ ਔਰ ਖਾਲੀ ਸਾਇੰਸ, ਪਬਲੀਕੇਸ਼ਨ, ਲੈਬਸ ਇੱਥੇ ਤੱਕ ਸੀਮਿਤ ਨਹੀਂ ਰਹਿਣਾ। ਤਾਂ ਮੈਂ ਅਜੇ ਯੂਨੀਵਰਸਿਟੀ ਤੋਂ ਮਾਸਟਰਸ ਕੀਤੀ। ਉਹ 2016 ਦਾ ਟਾਈਮ ਸੀਗਾ ਔਰ ਉਦੋਂ ਤੱਕ ਮੇਰੀ ਥੋੜੀ ਜਿਹੜੀ ਧਰਾਤਲ ਹੈ, ਆਪਣੀ ਫਾਊਂਡੇਸ਼ਨ ਹੈ, ਬਣਨੀ ਸ਼ੁਰੂ ਹੋ ਗਈ ਸੀ, ਜਿਹੜੀ ਮੈਂ ਮਤਲਬ ਖੁਦ ਤਿਆਰ ਕੀਤੀ ਸੀਗੀ, ਖੁਦ ਮਤਲਬ ਉਹਨੂੰ ਖੁਦ ਸਮਝਿਆ ਸੀ, ਕਿਸੇ ਨੇ ਮੈਨੂੰ ਦੱਸਿਆ ਨਹੀਂ ਸੀਗਾ ਕਿ ਇਸ ਤਰ੍ਹਾਂ ਹੋ ਸਕਦਾ ਹੈ ਜਾਂ ਉਸ ਤਰ੍ਹਾਂ ਕਰ ਲਓ।
ਤਾਂ ਕੁਝ ਬੁੱਕਸ ਪੜ੍ਹ ਕੇ ਸੀ, ਕੁਝ ਵੀਡੀਓਜ਼ ਦੇਖ ਕੇ ਸੀ, ਕੁਝ ਥੋੜਾ ਟਰੈਵਲ ਕਰਕੇ ਸੀ, ਕੁਝ ਲੋਕਾਂ ਨੂੰ ਮਿਲ ਕੇ ਸੀਗਾ। ਤਾਂ ਉਹ ਇੱਕ ਮਿਕਸ ਤਰ੍ਹਾਂ ਦਾ ਮੇਰਾ ਐਕਸਪੀਰੀਅੰਸ ਰਿਹਾ ਹੈ ਔਰ ਇੱਕ ਇਵੋਲੂਸ਼ਨ ਰਹੀ ਹੈ। 2017 ਦੇ ਵਿੱਚ ਮੈਨੂੰ ਖੇਤੀ ਵਿਰਾਸਤ ਮਿਸ਼ਨ ਦਾ ਪਤਾ ਲੱਗਦਾ ਹੈ ਅਜੀਮ ਪ੍ਰੇਮਜੀ ਯੂਨੀਵਰਸਿਟੀ ਤੋਂ, ਕਿਉਂਕਿ 6-7 ਸਾਲ ਹੋ ਗਏ ਸੀ ਸਾਊਥ ਇੰਡੀਆ ਦੇ ਵਿੱਚ ਰਹਿੰਦੇ ਹੋਏ ਔਰ ਮੈਂ ਕਿਸੇ ਤਰ੍ਹਾਂ ਲੈਂਗੁਏਜ ਦੇ ਨਾਲ ਉੱਥੇ ਬਹੁਤ ਕੰਫਰਟੇਬਲ ਨਹੀਂ ਸੀ। ਔਰ ਹੈਦਰਾਬਾਦ ਔਰ ਬੈਂਗਲੋਰ ਵੱਡੇ ਸਿਟੀ ਹੈ, ਤਾਂ ਉੱਥੇ ਵੀ ਮੈਨੂੰ ਲੱਗ ਰਿਹਾ ਸੀ ਕਿ ਮੈਂ ਸ਼ਾਇਦ ਲੌਂਗ ਟਰਮ ਦੇ ਵਿੱਚ ਕੰਟੀਨਿਊ ਨਹੀਂ ਕਰ ਪਾਉਂਗੀ। ਤਾਂ ਫਿਰ ਮੈਨੂੰ ਸੀਗਾ ਕਿ ਵਾਪਿਸ ਜਾਣਾ ਹੈ, ਪਰ ਵਾਪਿਸ ਆਫ ਕੋਰਸ ਘਰ ਨਹੀਂ ਜਾ ਸਕਦੇ ਸੀ, ਕਿਉਂਕਿ ਘਰ ਜਾ ਕੇ ਤਾਂ ਫਿਰ ਇੱਕ ਤਰ੍ਹਾਂ ਦੀ ਸਟਕ ਹੋਣ ਵਾਲੀ ਗੱਲ ਹੋ ਜਾਣੀ ਸੀ। ਪਰ ਫਿਰ ਬਹੁਤ ਅੱਛੀ ਓਪਰਚੁਨਿਟੀ ਮਿਲੀ, ਖੇਤੀ ਵਿਰਾਸਤ ਮਿਸ਼ਨ ਦਾ ਪਤਾ ਲੱਗਿਆ, ਮੈਂ ਇੱਥੇ ਆਈ, ਉਮੇਂਦਰ ਦੱਤ ਜੀ ਨੂੰ ਮਿਲੀ ਜੋ ਖੇਤੀ ਵਿਰਾਸਤ ਮਿਸ਼ਨ ਦੇ ਫਾਊਂਡਰ ਹੈ ਔਰ 3 ਦਹਾਕਿਆਂ ਤੋਂ ਪੰਜਾਬ ਦੇ ਵਿੱਚ ਆਰਗੈਨਿਕ ਫਾਰਮਿੰਗ ਦਾ ਕੰਮ ਕਰ ਰਹੇ ਹੈ ਔਰ ਹੀ ਇਜ਼ ਵਨ ਆਫ ਦਾ ਪਾਇਨੀਅਰਸ ਇਨ ਆਰਗੈਨਿਕ ਫਾਰਮਿੰਗ ਇਨ ਪੰਜਾਬ। ਤੇ ਨੂੰ ਮਿਲੀ ਮੈਂ ਇੱਥੇ, ਕੁਝ ਫਾਰਮਰਸ ਨੂੰ ਮਿਲੀ ਅਬੋਹਰ ਦੇ ਵਿੱਚ, ਬਰਨਾਲਾ ਦੇ ਵਿੱਚ, ਫਰੀਦਕੋਟ ਦੇ ਵਿੱਚ। ਤੇ ਫਿਰ ਮੇਰਾ ਮੇਕਅਪ ਬਣਨਾ ਸ਼ੁਰੂ ਹੋਇਆ। ਇੱਥੇ ਕਾਫੀ ਕੁਝ ਹੈ ਔਰ ਮੇਰਾ ਨੈਚੁਰਲ ਰਿਸੋਰਸਿਸ ਔਰ ਐਨਵਾਇਰमेंटल ਇਸ਼ੂਜ਼ ਦੀ ਤਰਫ ਇਨਕਲਾਈਨੇਸ਼ਨ ਵੀ ਸੀਗਾ, ਤਾਂ ਉਹ ਮੈਚ ਹੁੰਦਾ ਦਿਖਾਈ ਦਿੱਤਾ। ਤੇ ਫਿਰ ਮੈਂ ਇੱਥੇ ਇੱਕ ਇੰਟਰਨਸ਼ਿਪ ਕੀਤੀ 1 ਮਹੀਨੇ ਦੀ। ਉਸ ਇੰਟਰਨਸ਼ਿਪ ਤੋਂ ਬਾਅਦ ਮੈਨੂੰ ਕਲੀਅਰ ਹੋ ਗਿਆ ਕਿ ਮੈਂ ਕੋਰਸ ਕੰਪਲੀਟ ਕਰਕੇ ਖੇਤੀ ਵਿਰਾਸਤ ਮਿਸ਼ਨ ਦੇ ਨਾਲ ਹੀ ਕੰਮ ਕਰੂੰਗੀ। ਕੀ ਕੰਮ ਕਰੂੰਗੀ, ਕਿਵੇਂ ਕਰੂੰਗੀ, ਉਹ ਨਹੀਂ ਪਤਾ ਸੀ। ਉਹ ਮੈਂ ਆਪਣੇ ਆਪ ਨੂੰ ਸਰੈਂਡਰ ਕੀਤਾ ਹੋਇਆ ਸੀਗਾ, ਕਿਉਂਕਿ ਮੈਂ ਬਹੁਤ ਸਾਰੀ ਚੀਜ਼ਾਂ ਕਦੇ ਵੀ ਆਪਣੇ ਇਕੱਲੇ ਦੇ ਕੰਟਰੋਲ ਦੇ ਵਿੱਚ ਨਹੀਂ ਰੱਖੀ। ਮਤਲਬ ਇੱਕ ਇੰਡੀਕੇਸ਼ਨ ਲੈ ਲਿਆ, ਇੱਕ ਡਾਇਰੈਕਸ਼ਨ ਲੈ ਲਈ ਔਰ ਉਸ ਤੋਂ ਬਾਅਦ ਜੋ ਵੀ ਫਿਜ਼ੀਕਲ ਪੈਰਾਮੀਟਰਸ ਹੈ, ਇਮੋਸ਼ਨਲ ਪੈਰਾਮੀਟਰਸ ਹੈ, ਨੈਚੁਰਲ ਪੈਰਾਮੀਟਰਸ ਹੈ, ਉਹਨਾਂ ਦੇ ਹਿਸਾਬ ਨਾਲ ਮੈਂ ਪ੍ਰੈਫਰ ਕੀਤਾ ਕਿ ਉਹਨੂੰ ਮੈਂ ਫੋਲੋ ਕਰ। ਔਰ that is how I came to ਖੇਤੀ ਵਿਰਾਸਤ ਮਿਸ਼ਨ in 2018 and since then I am here। ਅਰੂਪ ਸਿੰਘ ਜੀ, ਦੇਖੋ ਤੁਸੀਂ ਪਿਛੋਕੜ ਤਾਂ ਦੱਸਤਾ ਕਿ ਮੈਂ ਆ ਫਾਊਂਡੇਸ਼ਨ ਮੇਰੀ ਬਣਨੀ ਸ਼ੁਰੂ ਹੋ ਗਈ, ਇਹ ਹੋ ਗਿਆ, ਪਰ ਮੈਂ ਨਿਕਲ ਕੇ ਆਇਆ ਉਹਨਾਂ ਰਾਹਾਂ ਵਿੱਚ ਦੀ ਜਿੱਥੇ ਤੁਹਾਡੇ ਉੱਤੇ ਬਾਉਂਡਰੀਜ਼ ਸੈੱਟ ਕਰ ਦਿੱਤੀਆਂ ਜਾਂਦੀਆਂ ਪੇਰੈਂਟਸ ਵੱਲੋਂ। ਮੰਨਦੇ ਹੋ ਇਸ ਗੱਲ ਨੂੰ? ਔਰ ਖਾਸ ਕਰਕੇ ਬੀਇੰਗ ਲੜਕੀ, ਤੁਸੀਂ ਗਏ, ਗ੍ਰੈਜੂਏਸ਼ਨ ਕੀਤੀ, ਫਿਰ ਉਸ ਤੋਂ ਬਾਅਦ ਜਦੋਂ ਹੈਦਰਾਬਾਦ ਗਏ, ਫਿਰ ਬੈਂਗਲੋਰ ਗਏ ਜਾਂ ਫਿਰ ਬਨਾਰਸ ਗਏ, ਉਹਦੇ ਵਿੱਚ ਕੀ ਹੁੰਦਾ ਕਿ ਇੱਕ ਲੀ ਜਿਹੜੀ ਤੁਸੀਂ ਤੋੜੀ ਘਰਦਿਆਂ ਦੇ ਨੂੰ ਸਮਝਾ ਕੇ ਕਿ ਹਾਂ ਮੈਂ ਇੰਨੇ ਵੱਡੇ ਸਿਟੀ ਦੇ ਵਿੱਚ ਸਰਵਾਈਵ ਕਰ ਸਕਦੀ ਹਾਂ ਬੀਇੰਗ ਅ ਗਰਲ, ਤੁਸੀਂ ਕੀਤਾ ਵੀ ਔਰ ਘਰਦਿਆਂ 'ਤੇ ਇੰਨੇ ਡਿਪੈਂਡ ਵੀ ਨਹੀਂ ਰਹੇ ਜ਼ਿਆਦਾ। ਉਹਦੇ ਵਿੱਚ ਔਕੜਾਂ ਤਾਂ ਆਈਆਂ ਹੋਣਗੀਆਂ ਵੀ ਕਿਤੇ ਜੌਬ ਲੱਭਣੀ ਹੈ, ਕਿਉਂਕਿ ਜਿਹੜਾ ਸਰੀਰ ਹੈ ਉਹ 2-3 ਟਾਈਮ ਦਾ ਵਕਤ ਖਾਣਾ ਵੀ ਮੰਗਦਾ, ਤੁਹਾਨੂੰ ਕੱਪੜੇ ਵੀ ਚਾਹੀਦੇ ਆ, ਠੀਕ ਹੈ, ਹੋਰ ਬਿਮਾਰੀ ਠਮਾਰੀ ਵੀ ਹੋ ਜਾਂਦੀ ਆ, ਸ਼ੂਜ਼ ਵੀ ਚਾਹੀਦੇ ਹੁੰਦੇ ਆ। ਉਹ ਚੀਜ਼ਾਂ ਦੱਸੋ ਵੀ ਕਿੱਦਾਂ ਕਿੱਦਾਂ ਜੁੜਦੀਆਂ ਗਈਆਂ। ਬਾਕੀ KVM ਵੱਲ ਆਪਾਂ ਬਾਅਦ 'ਚ ਆਉਂਦੇ ਹਾਂ। ਦੇਖੋ ਚੈਲੰਜਸ ਤਾਂ ਹਮੇਸ਼ਾ ਹੀ ਰਹਿੰਦੇ ਹਨ ਲਾਈਫ ਦੇ ਵਿੱਚ, ਹੁਣ ਵੀ ਹੈ, ਪਹਿਲਾਂ ਵੀ ਸੀਗੇ ਔਰ ਹੋਣਗੇ ਵੀ। ऐसा तो नहीं है कि हमेशा सब कुछ सेट हो जाता है। टाइम और जो भी हम असी वर्क कर रहे हैं ਉਹਦੀ अपनी अपनी रिक्वायरमेंट्स ਹੁੰਦੀਆਂ, ਤਾਂ ठीक है चैलेंजेस ਸੀਗੇ, पर ਉਹਨਾਂ ਨੂੰ मैं कदे बोझ नहीं ਮੰਨਿਆ ਜਾਂ ਕਦੇ ਉਹਦਾ ਪ੍ਰੈਸ਼ਰ नहीं लिता और मैनू कोई हड़बड़ी भी नहीं सीगी। मैं खुद ਨੂੰ प्रॉपर टाइम ਦਿੱਤਾ, स्पेस ਦਿੱਤਾ और सब तो वड्डी गल है कि कोई ऐसा टारगेट नहीं सीगा कि अगर वो नहीं मिला, उत्थे तक नहीं पहुंचे तो जिंदगी फेल हो जाएगी, खत्म हो जाएगी। तो मैनू मतलब ये समझ आ गया सी कि सक्सैस और फेलूअर दे जेड़े साडी डेफिनेशन है आम, मैं उन्हों एज इट इज अपने उत्ते अप्लाई नहीं किता। तो ग्रैजुअली स्लोली मैं उस रस्ते ते चलदी गई। ठीक है, थोड़ा ओपोजिशन भी सीगा, थोड़ी निराशा भी रही, कदे कदे प्रैशर भी रहा कि किवें होएगा, की होएगा, अगे कुछ दिखदा नहीं। पर मैनूं लगदा है कि वो मेरे अंदर एक परमात्मा दे नाल, हालांकि मैं मंदिर गुरुद्वारे नहीं जांदी सीगी, ऐसा कोई पूजा पाठ भी नहीं करती सी, हुण भी नहीं करती हां, पर वो कनैक्ट होना शुरू हो गया सी इंटरनली, क्योंकि जिहड़ी वो अंदरों आवाज़ आंदी सीगी वो बहुत स्ट्रॉन्ग सी ਤੇ ਉਹ ਮੈਨੂੰ ਮੋਟੀਵੇਟ ਕਰਦੀ ਸੀ ਕਿ ਚਲੋ ਇਸ ਰਸਤੇ ਤੇ ਕੋਈ ਦਿੱਕਤ ਨਹੀਂ ਹੈ। ਤਾਂ ਮੈਂ ਰਿਅਲਾਈਜ਼ ਕੀਤਾ 2012-13 ਤੋਂ ਹੀ
ਤੇ ਹੁਣ ਵੀ ਉਹ ਜਰਨੀ ਜਿਹੜੀ ਹੈ ਉਹ ਕੰਟੀਨਿਊ ਹੋ ਰਹੀ ਹੈ ਕਿ ਇੱਕ ਵਾਰੀ ਉਹ ਇਮਾਨਦਾਰ ਭਾਵਨਾ ਨਾਲ, ਸੱਚਾਈ ਦੇ ਨਾਲ ਕੋਈ ਵਿਚਾਰ, ਕੋਈ ਕੰਮ ਅਗਰ ਮਨ ਦੇ ਵਿੱਚ ਆ ਗਿਆ ਤਾਂ ਉਹਨੂੰ ਪਰਸਿਊ ਕਰਨ ਦੇ ਲਈ ਆਪਣੇ ਆਪ ਰਸਤੇ ਖੁੱਲ ਜਾਂਦੇ ਹਨ। ਲਿਮਿਟੇਸ਼ਨਸ ਹੁੰਦੀ, ਅਸੀਂ ਬਹੁਤ ਜ਼ਿਆਦਾ ਐਸਾ ਨਹੀਂ ਹੈ ਕਿ ਜੋ ਚਾਹੀਦਾ ਹੈ ਉਹਨੂੰ ਇਮੀਡੀਏਟਲੀ ਅਸੀਂ ਅਚੀਵ ਕਰ ਲੈਂਦੇ ਹਾਂ, ਪਰ ਉਹ ਅਚੀਵਮੈਂਟ ਦਾ ਵੀ ਸ਼ਾਇਦ ਕੰਸੈਪਟ ਨਹੀਂ ਹੈ, ਬਿਕੋਜ਼ ਪ੍ਰੋਸੈਸ ਇਜ਼ ਇੰਪੋਰਟੈਂਟ ਦੈਨ ਦਾ ਪ੍ਰੋਡਕਟ। ਹਾਂ, ਮੈਨੂੰ ਲੱਗਦਾ ਕਿ ਮੈਂ ਪ੍ਰੋਸੈਸ ਵਾਲੇ ਪਾਰਟ ਤੇ ਜ਼ਿਆਦਾ ਚੱਲ ਰਹੀ ਹਾਂ, ਔਰ ਉਹਦਾ ਜਿਹੜਾ ਪ੍ਰੋਡਕਟ ਹੁੰਦਾ ਉਹ ਫਿਰ ਅਲਟੀਮੇਟਲੀ ਬਹੁਤ ਸੁੰਦਰ ਰਹਿੰਦਾ ਹੈ, ਕਿਉਂਕਿ ਉਹ ਮਨ ਨੂੰ ਸਕੂਨ ਦੇਣ ਵਾਲਾ ਹੁੰਦਾ ਹੈ। ਦੇਖੋ, ਜੋ ਤੁਸੀਂ ਮੋੜ ਲਿਆ ਲਾਈਫ ਦੇ ਵਿੱਚ, ਆਪਾਂ ਪ੍ਰੋਗਰਾਮ ਕਰ ਰਹੇ ਕਿ ਸਾਰੇ ਬੱਚੀਆਂ ਨੂੰ ਖਾਸ ਕਰਕੇ ਕੁਝ ਸਿੱਖਣ ਨੂੰ ਮਿਲੇ। ਗ੍ਰੈਜੂਏਸ਼ਨ ਵੀ ਕਰ ਲਈ, ਜੌਬਾਂ ਵੀ ਲੈ ਲਈਆਂ, ਉਸ ਤੋਂ ਬਾਅਦ ਇੱਕ ਸਹਿਜ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਤੁਸੀਂ ਮਨ ਦੀ ਸੰਤੁਸ਼ਟੀ ਚਾਹੁੰਦੇ ਹੋ ਨਾ, ਉਹਦੇ ਵਿੱਚ ਇਹ ਜ਼ਰੂਰੀ ਹੈ ਕਿ ਤੁਸੀਂ ਸਹਿਜ ਵਿੱਚ ਰਹੋ। ਚੀਜ਼ਾਂ ਤਾਂ ਬਹੁਤ ਪਰੇ ਤੋਂ ਪਰੇ ਪਈਆਂ, ਜੇ ਉਹਨਾਂ ਨੂੰ ਲਾਲਸਾ ਚਲੇ ਗਏ ਤਾਂ ਫਿਰ ਤੁਹਾਡੀ ਮਨ ਦੀ ਸੰਤੁਸ਼ਟੀ ਵੀ ਗਈ, ਤੇ ਉਹ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ ਲਾਈਫ ਦੇ ਵਿੱਚ, ਚਾਹੇ ਉਹ ਛੋਟਾ ਕੰਮ ਹੈ ਚਾਹੇ ਵੱਡਾ, ਉਹ ਆਪਦੀ ਜਗ੍ਹਾ ਤੇ ਆ, ਉਹ ਨਹੀਂ ਹੁੰਦਾ। ਉਹ ਸਹਿਜ ਵਿੱਚ ਆਉਣ ਵਾਸਤੇ ਤੁਸੀਂ ਕਿਹਾ ਕਿ ਮੈਂ ਮੰਦਿਰ ਗੁਰਦੁਆਰੇ ਵੀ ਨਹੀਂ ਜਾਂਦੀ ਸੀ, ਪਰ ਉਹ ਸਹਿਜ ਅਵਸਥਾ ਕਿੱਥੋਂ ਆਈ, ਇੱਕ ਤਾਂ ਉਹ ਦੱਸੋ, ਜਾਂ ਫਿਰ ਤੁਸੀਂ ਕੋਈ ਗਾਂਧੀ ਜੀ ਦਾ ਜਿਹੜਾ ਫਲਸਫਾ ਉਹਨੂੰ ਫੋਲੋ ਕਰਦੇ? ਹਾਂਜੀ, ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਆਪਣੀ ਜ਼ਿੰਮੇਵਾਰੀ ਖੁਦ ਲੈਣੀ। ਸਾਡੇ ਸਮਾਜ ਦੇ ਵਿੱਚ ਅਕਸਰ ਇਹ ਹੁੰਦਾ ਹੈ ਕਿ ਸਾਨੂੰ ਆਪਣੇ ਪੈਰਾਂ ਤੇ ਖੜਾ ਹੋਣ ਦੀ ਸਿੱਖਿਆ ਤਾਂ ਦਿੱਤੀ ਜਾਂਦੀ ਹੈ, ਪਰ ਉਹ ਪੈਰਾਂ ਤੇ ਖੜਾ ਹੋਣਾ ਬਹੁਤ ਹੀ ਇੱਕ ਰਿਡਕਸ਼ਨਿਸਟ ਟਾਈਪ ਅਪਰੋਚ ਹੈ। ਰਿਡਕਸ਼ਨਿਸਟ ਮੈਂ ਇਸ ਕਰਕੇ ਕਹਿ ਰਹੀ ਹਾਂ ਕਿ ਪੈਰਾਂ ਤੇ ਖੜਾ ਹੋਣਾ ਜਸਟ ਇਕਨੋਮਿਕਲੀ ਵਾਇਬਲ ਹੋਣਾ, ਤੁਸੀਂ ਇਕਨੋਮਿਕਲੀ ਸਟੇਬਲ ਹੋ ਜਾਓ, ਜਾਂ ਤਾਂ ਤੁਸੀਂ ਕੋਈ ਜੌਬ ਲੈ ਲਓ, ਜਾਂ ਤੁਸੀਂ ਕੋਈ ਆਪਣਾ ਕੰਮ ਕਰ ਲਓ, ਜਾਂ ਫਿਰ ਤੁਹਾਡਾ ਕੁਝ ਐਸਾ ਸਰਕਲ ਹੈ ਜਿੱਥੇ ਤੁਸੀਂ ਜਾ ਕੇ ਸਾਰੀਆਂ ਚੀਜ਼ਾਂ ਆਪਰੇਟ ਕਰ ਰਹੇ ਹੋ। ਪਰ ਆਪਣੇ ਪੈਰਾਂ ਤੇ ਖੜਾ ਹੋਣਾ ਔਰ ਆਪਣੀ ਜ਼ਿੰਮੇਵਾਰੀ ਲੈਣਾ, ਉਹਦੇ ਵਿੱਚ ਜਿਹੜੀ ਆਤਮ ਬਲ ਦੀ ਗੱਲ ਹੁੰਦੀ ਹੈ, ਇੱਕ ਇਨਸਾਨ ਦੇ ਵਿੱਚ ਅਪਾਰ ਸੰਭਾਵਨਾਵਾਂ ਹੈ, ਮਤਲਬ ਦੇ ਵਿੱਚ ਇੱਕ ਪੂਰਾ ਭੰਡਾਰ ਹੈ। ਉਹਦੀ ਫਿਜ਼ੀਕਲ ਐਨਰਜੀ, ਇਮੋਸ਼ਨਲ ਐਨਰਜੀ, ਮੈਂਟਲ ਐਨਰਜੀ, ਸਪਿਰਿਚੁਅਲ ਐਨਰਜੀ, ਸੋਸ਼ਲ ਐਨਰਜੀ, ਕਲਚਰਲ ਐਨਰਜੀ, ਬਹੁਤ ਸਾਰੇ ਇਸ ਤਰ੍ਹਾਂ ਦੇ ਸ਼ਬਦ ਹੋ ਸਕਦੇ ਹਨ। ਔਰ ਇਹ ਸ਼ਬਦ ਜਿਹੜੇ ਹੈ ਇਹ ਭਾਵਨਾਵਾਂ ਤੋਂ ਬਹੁਤ ਛੋਟੇ ਹੈ, ਕਿਉਂਕਿ ਇੱਕ ਇਨਸਾਨ ਦੇ ਅੰਦਰ ਕੀ ਚੱਲ ਰਿਹਾ ਹੁੰਦਾ ਉਹ ਹਮੇਸ਼ਾ ਸ਼ਬਦਾਂ ਦੇ ਵਿੱਚ ਲੈ ਕੇ ਆਣਾ ਸੰਭਵ ਨਹੀਂ ਰਹਿੰਦਾ। ਤਾਂ ਇੱਕ ਇਨਸਾਨ ਦੀ ਸ਼ਕਤੀ ਨੂੰ ਪਹਿਚਾਨਣ ਦੀ ਜਿਹੜੀ ਪ੍ਰਕਿਰਿਆ ਹੈ, ਉਹ ਮੈਨੂੰ ਅਫਸੋਸ ਵੀ ਹੈ ਕਹਿੰਦੇ ਹੋਏ, ਨਾ ਤਾਂ ਉਹ ਸਾਡੇ ਪਰਿਵਾਰਾਂ ਦੇ ਵਿੱਚ ਹੁੰਦੀ ਹੈ, ਨਾ ਸਾਡੇ ਸਮਾਜ ਦੇ ਵਿੱਚ ਹੁੰਦੀ ਹੈ, ਔਰ ਨਾ ਹੀ ਜਿਹੜਾ ਸਾਡਾ ਐਜੂਕੇਸ਼ਨਲ ਸਿਸਟਮ ਹੈ, ਵਰਕ ਸਪੇਸ ਹੈ, ਜਾਂ ਦੇਸ਼ ਦੇ ਹੋਰ ਵੀ ਜਿਹੜੇ ਵੀ ਇੰਸਟੀਟਿਊਟਸ ਹੈ, ਉੱਥੇ ਵੀ ਉਹ ਨਹੀਂ ਹੁੰਦੀ। ਤਾਂ ਅਸੀਂ ਇੱਕ ਐਕਸਟਰਨਲ ਵਰਲਡ ਦੇ ਵਿੱਚ ਆਪਰੇਟ ਕਰਦੇ ਹਾਂ, ਜਿੱਥੇ ਤੁਹਾਡੀ ਫਿਜ਼ੀਕਲ ਅਪੀਅਰੈਂਸ ਦੇਖੀ ਜਾਏਗੀ, ਤੁਹਾਡਾ ਪੈਸਾ ਦੇਖਿਆ ਜਾਏਗਾ, ਤੁਹਾਡੀ ਇਕਨੋਮਿਕ ਵੈਲਬੀਇੰਗ ਦੇਖੀ ਜਾਏਗੀ। ਤਾਂ ਇਹ ਜਿਹੜਾ ਆਪਣੀ ਜ਼ਿੰਮੇਵਾਰੀ ਖੁਦ ਲੈਣ ਦੀ ਗੱਲ ਹੈ, ਤਾਂ ਇਹ ਇੰਟਰਨਲ ਉਤਰਨ ਦੀ ਗੱਲ ਹੈ ਆਪਣੇ ਅੰਦਰ, ਔਰ ਆਪਣੀ ਜਿਹੜੀ ਪਿਓਰਿਟੀ ਹੈ, ਆਪਣੀ ਜਿਹੜੀ ਓਨੈਸਟੀ ਹੈ, ਆਪਣੀ ਜਿਹੜੀ ਸੱਚਾਈ ਹੈ, ਉਹਨੂੰ ਪਹਿਚਾਨਣ ਦੀ ਗੱਲ ਹੈ। ਜਦੋਂ ਅਸੀਂ ਆਪਣੀ ਜ਼ਿੰਮੇਵਾਰੀ ਆਪ ਲੈਂਦੇ ਹਾਂ ਤਾਂ ਸਾਡੇ ਅੰਦਰ ਸ਼ੁਰੂ ਦੇ ਵਿੱਚ ਇਨਸਿਕਿਉਰਿਟੀ ਵੀ ਰਹਿੰਦੀ ਹੈ ਕਿ ਅਗਰ ਕੁਝ ਗਲਤ ਹੋ ਗਿਆ ਤਾਂ ਮੇਰੇ ਨਾਲ ਕੌਣ ਖੜਾ ਹੋਏਗਾ। once you pass that phase honestly ਔਰ ਆਪਣੇ ਬਲਬੂਤੇ ਤੇ, ਤਾਂ ਫਿਰ ਇੱਕ ਤੁਹਾਡੇ ਅੰਦਰ ਫੀਅਰਲੈਸਨੈਸ ਵੀ ਆ ਜਾਂਦੀ ਹੈ। ਮੈਂ ਫੀਅਰਲੈਸਨੈਸ ਉਹ ਗੱਲ ਨਹੀਂ ਕਰ ਰਹੀ ਕਿ ਅਸੀਂ ਜ਼ਿੰਦਗੀ 'ਚ ਜੋ ਚਾਹੀਏ ਉਹ ਕਰ ਸਕੀਏ ਆਪਣੇ ਹਿਸਾਬ ਨਾਲ, ਨਹੀਂ। ਫੀਅਰਲੈਸਨੈਸ ਆਪਣੇ ਆਪ ਨੂੰ ਐਕਸਪਲੋਰ ਕਰਨ ਦੀ ਔਰ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦੀ, ਠੀਕ ਹੈ। ਫੀਅਰਲੈਸਨੈਸ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਘਰ ਤੋਂ ਬਾਹਰ ਨਿਕਲ ਕੇ ਕੁਝ ਵੀ ਕਰਾਂ, ਕਿਸੇ ਵੀ ਚੀਜ਼ ਦੇ ਵਿੱਚ ਇਨਵੋਲਵ ਹੋ ਜਾਵਾਂ, ਬਟ ਮੇਰੇ ਅੰਦਰ ਦੀ ਫੀਅਰਲੈਸਨੈਸ, ਜਿਹੜਾ ਮੈਨੂੰ 20 ਸਾਲ 25 ਸਾਲ ਦਾ এনवायरमेंट ਮਿਲਿਆ, ਮੈਂ ਉਸ ਤੋਂ ਬਾਹਰ ਜਾ ਕੇ ਖੁਦ ਨੂੰ ਐਕਸਪਲੋਰ ਕਰ ਸਕਾਂ। ਉਹ ਚੀਜ਼ਾਂ ਹੌਲੀ ਹੌਲੀ ਡਿਵੈਲਪ ਹੋਈ ਔਰ ਇੱਕ ਅਲੱਗ ਲਾਈਨ ਬਣਦੀ ਗਈ, ਔਰ ਜਿਹੜਾ ਸਮਾਜ ਦੇ ਵਿੱਚ ਕੁਝ ਸੈਟ ਔਰ ਸਟਰਕਚਰਡ ਰੂਲਸ ਹੈ ਕਿ ਐਸਾ ਹੀ ਹੁੰਦਾ ਹੈ, ਇਸ ਤੋਂ ਬਾਅਦ ਇਹ ਹੋਣਾ ਹੁੰਦਾ, ਕਿਉਂਕਿ ਸਾਡੀ ਲਾਈਫ ਬੜੀ ਲਿਮਿਟਿਡ ਜੀ ਹੁੰਦੀ ਹੈ ਕਿ ਠੀਕ ਹੈ, ਬੜੇ ਹੋ ਗਏ, ਪੜ੍ਹਾਈ ਹੋ ਗਈ, ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਨੌਕਰੀ ਮਿਲ ਗਈ, ਅਗਰ ਗਵਰਨਮੈਂਟ ਜੌਬ ਮਿਲ ਗਈ ਤਾਂ ਬਹੁਤ ਹੀ ਵਧੀਆ, ਬਿਕੋਜ਼ ਯੂ ਹੈਵ ਅ ਗੁੱਡ ਫਾਈਨੈਂਸ਼ੀਅਲ ਇਨਕਮ ਐਟ ਦਾ ਐਂਡ ਆਫ ਦਾ ਮੰਥ, ਹੋਰ ਤੁਹਾਡੀ ਪੂਰੀ ਲਾਈਫ ਸਿਕਿਉਰ ਹੋ ਗਈ। ਨਹੀਂ ਮਿਲੀ ਤਾਂ ਕੋਈ ਪ੍ਰਾਈਵੇਟ ਜੌਬ ਕਰ ਲਓ,
ਪ੍ਰਾਈਵੇਟ ਜੌਬ ਵੀ ਨਹੀਂ ਮਿਲੀ ਤਾਂ ਲੜਕੀਆਂ ਦੀ ਸ਼ਾਦੀ ਹੋ ਗਈ ਤਾਂ ਘਰ ਦੇ ਵਿੱਚ ਵਿਅਸਤ ਹੋ ਜਾਓ। ਹਾਲਾਂਕਿ ਉਹ ਸਿਸਟਮ ਬਹੁਤ ਅੱਛਾ ਹੈ, ਉਹ ਵੀ ਸਮਾਜ ਨੂੰ ਚਲਾ ਰਿਹਾ। ਇਟਸ ਵੈਰੀ ਗੁੱਡ ਟੂ ਗੈਟ ਮੈਰਿਡ। ਮੈਂ ਕੋਈ ਇਹ ਨਹੀਂ ਕਹਿੰਦੀ ਕਿ ਸ਼ਾਦੀ ਨਹੀਂ ਹੋਣੀ ਚਾਹੀਦੀ, ਪਰ ਸ਼ਾਦੀ ਦੇ ਨਾਲ ਜਿਹੜੇ ਸੁਪਨੇ ਹੈ ਜਾਂ ਜਿਹੜੀ ਇੱਕ ਪਰਸਨਲ ਗਰੋਥ ਹੈ ਕਿਸੇ ਇਨਸਾਨ ਦੀ, ਅਗਰ ਉਹ ਅਫੈਕਟ ਹੋ ਰਹੀ ਹੈ, ਮੈਨੂੰ ਲੱਗਦਾ ਹੈ ਕਿ ਉੱਥੇ ਥੋੜਾ ਸੋਚਣ ਦੀ ਔਰ ਸਮਝਣ ਦੀ ਜ਼ਰੂਰਤ ਹੈ। ਵੈਰੀ ਨਾਈਸ। ਔਰ ਅਗਰ ਪਾर्टनर अच्छा मिलता है, अगर फैमिली मिलती है, इट्स अ वेरी सिस्टम विच वी फॉलो इन इंडिया, इन पंजाब और भारत ਦੇ ਹਰੇਕ ਹਿੱਸੇ ਦੇ ਵਿੱਚ। ਠੀਕ ਹੈ, ਮੈਂ ਉਹਦੇ ਉੱਤੇ ਕੁਝ ਵੀ ਮਤਲਬ ਮੇਰੀ ਕੋਈ ਟਿੱਪਣੀ ਨਹੀਂ ਹੈ, ਪਰ ਜਦੋਂ ਇੱਕ ਪਰਸਨ 18 ਸਾਲ 19 ਸਾਲ ਦੀ ਉਮਰ ਦੇ ਵਿੱਚ ਹੈ, ਉਹ ਬਲੂਮ ਕਰ ਰਿਹਾ ਹੈ, ਉਹ ਫਲਾਵਰਿੰਗ ਸਟੇਜ ਦੇ ਵਿੱਚ ਹੈ ਔਰ ਉਹ ਇੱਕ ਅੱਛਾ ਫਰੂਟ ਬੀਅਰ ਕਰ ਸਕਦਾ ਹੈ ਸੋਸਾਇਟੀ ਦੇ ਲਈ, ਦੇਸ਼ ਦੇ ਲਈ, ਤਾਂ ਉੱਥੇ ਉਹਨੂੰ ਉਹ ਓਪਰਚੁਨਿਟੀਜ਼ ਨਾ ਮਿਲਣੀ ਤਾਂ ਉਹ ਥੋੜਾ ਠੀਕ ਨਹੀਂ ਹੈ। ਉੱਥੇ ਸਾਨੂੰ ਸੋਚਣ ਦੀ ਜ਼ਰੂਰਤ ਹੈ। ਔਰ ਐਜੂਕੇਸ਼ਨਲ ਸਿਸਟਮ ਦਾ ਇਹਦੇ ਵਿੱਚ ਇੱਕ ਵੱਡਾ ਰੋਲ ਹੋ ਸਕਦਾ ਹੈ, ਬਿਕੋਜ਼ ਇਹ ਸਿਰਫ ਨੌਕਰੀਆਂ ਪ੍ਰਾਪਤ ਕਰਨ ਲਈ ਸਾਡੀ ਸਿੱਖਿਆ ਨਹੀਂ ਹੋਣੀ ਚਾਹੀਦੀ। ਦੂਜਾ, ਜਿਹੜੀ ਤੁਸੀਂ ਗਾਂਧੀ ਜੀ ਦੀ ਗੱਲ ਕੀਤੀ, ਤਾਂ ਦੇਖੋ ਸਾਡੀ ਲਾਈਫ ਦੇ ਵਿੱਚ ਕੁਝ ਇਵੈਂਟਸ ਹੁੰਦੇ ਆ ਤੇ ਕਈ ਵਾਰੀ ਜੀ ਮੈਂ ਨਾ ਇੱਕ ਥੋੜੀ ਜਿਹੀ ਗੱਲ ਕਲੀਅਰ ਕਰਾਂ, ਤੁਸੀਂ ਕੰਟੀਨਿਊ ਰੱਖਿਓ। ਮੈਂ ਇਹ ਕਹਿ ਰਿਹਾ ਕਿ ਗਾਂਧੀ ਜੀ ਅਕਸਰ, ਮੈਂ ਹੁਣ ਗਾਂਧੀ ਜੀ ਤੇ ਲੈਨਿਨ ਦਾ ਜਿਹੜਾ ਸੰਵਾਦ ਹੋਏ ਆਪਾਂ ਉਧਰ ਨਹੀਂ ਪੈਂਦੇ। ਮੈਂ ਉਹ ਅਕਸਰ ਸੋਚਦੇ ਸੀਗੇ ਕਿ ਰਾਜਨੀਤੀ ਨੂੰ ਮੈਂ ਅਧਿਆਤਮਿਕਤਾ ਨਾਲ ਜੋੜ ਕੇ ਰੱਖਾਂ ਤਾਂ ਕਿ ਰਾਜਨੀਤੀ ਜਿਹੜੀ ਹੈ ਉਹ ਇੱਕ ਸਹਿਜਤਾ ਦੇ ਵਿੱਚ ਰਵੇ। ਇਹ ਅਕਸਰ ਉਹਨਾਂ ਦੇ ਵਿਚਾਰ ਸੀਗੇ। ਉਹਨਾਂ ਨੇ ਮੇਰੇ ਖਿਆਲ ਲਾਈਫ ਦੇ ਵਿੱਚ ਕੰਮ ਵੀ ਇਹਦੇ ਉੱਤੇ ਕੀਤਾ। ਉਹਦੇ ਵਿੱਚ ਹੁਣ 3 ਚੀਜ਼ਾਂ ਇਨਵੋਲਵ ਹੋ ਗਈਆਂ, ਅਧਿਆਤਮਿਕਤਾ ਵੀ ਆ ਗਈ, ਸਹਿਜਤਾ ਵੀ ਆ ਗਈ ਤੇ ਅਫਕੋਰਸ ਰਾਜਨੀਤੀ ਵੀ ਆ ਗਈ। ਹੁਣ ਤੁਸੀਂ ਰਹੇ ਹੋ, ਤੁਸੀਂ ਆਪਦੀ ਜ਼ਿੰਦਗੀ ਨੂੰ ਮੋੜ ਦਿੱਤਾ। ਠੀਕ ਹੈ, ਆਮ ਬੰਦੇ ਦੀ ਸਮਝ ਨਹੀਂ ਆ ਰਹੀ ਕਿ ਆਪਾਂ ਪ੍ਰੋਗਰਾਮ ਕਿਉਂ ਕਰ ਰਹੇ ਕਿ ਤੁਹਾਡੇ ਵਰਗੀਆਂ ਬੱਚੀਆਂ ਜਾਂ ਹੁਣ ਜਿਹੜੀਆਂ ਯੰਗ ਹੋ ਰਹੀਆਂ ਜਾਂ ਤੁਹਾਡੇ ਤੋਂ ਸਾਲ 2 ਸਾਲ ਵੱਡੀਆਂ ਪਰ ਹਲੇ ਟਾਰਗੇਟ ਸੈੱਟ ਨਹੀਂ ਹੋਏ, ਉਹਨਾਂ ਨੂੰ ਕੋਈ ਸੇਧ ਮਿਲ ਸਕੇ। ਮੇਰਾ ਉਹ ਕਰ ਰਿਹਾ ਕਿ ਤੁਸੀਂ ਇਹ ਕੀ ਸੋਚਿਆ ਕਿ ਠੀਕ ਹੈ ਮੇਰੀ ਸਹਿਜਤਾ ਵੀ ਹੈਗੀ ਆ, ਮੈਂ ਆਪਦਾ ਟਾਰਗੇਟ ਵੀ ਫਾਲੋ ਕਰ ਰਹੀ ਹਾਂ, ਅਗਰ ਇਹ ਨਹੀਂ ਹੋਇਆ ਤਾਂ ਆਪਾਂ ਆਪਦੇ ਆਪ ਨੂੰ ਫਿਰ ਸਹਿਜਤਾ 'ਚ ਰੱਖਣ, ਤਾਂ ਆਪਾਂ ਇਹ ਨਹੀਂ ਤਾਂ ਆਹ ਕਰ ਲਾਂਗੇ। ਸਮਝ ਰਹੇ ਹੋ ਮੈਂ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ? ਮਤਲਬ ਪੂਰਨ ਸਹਿਜਤਾ ਦੇ ਵਿੱਚ ਹੋ ਤੁਸੀਂ। ਹੁਣ ਤੁਸੀਂ ਆਪਾਂ ਗਾਂਧੀ ਦੀ ਗੱਲ ਕਰਦੇ, ਕੀ ਤੁਸੀਂ ਉਹ ਫਲਸਫਾ ਫਾਲੋ ਕਰਦੇ ਹੋ? ਦੇਖੋ, ਅਸੀਂ ਟਾਈਮ ਟੂ ਟਾਈਮ ਕੁਝ ਲੋਕਾਂ ਨੂੰ ਮਿਲਦੇ ਹਾਂ, ਕੁਝ ਪਲੇਸਿਸ ਤੇ ਜਾਂਦੇ ਹਾਂ, ਕੁਝ ਕਿਤਾਬਾਂ ਪੜ੍ਹਦੇ ਹਾਂ, ਕਿਸੇ ਨੂੰ ਸੁਣਦੇ ਹਾਂ, ਤਾਂ ਸਾਡੇ ਉੱਤੇ ਉਹਦਾ ਪ੍ਰਭਾਵ ਵੀ ਆਉਂਦਾ ਹੈ, ਸਾਨੂੰ ਉਹਨਾਂ ਤੋਂ ਪ੍ਰੇਰਨਾ ਵੀ ਮਿਲਦੀ ਹੈ। ਤਾਂ ਐਸਾ ਨਹੀਂ ਹੈ ਕਿ ਅਸੀਂ ਹਮੇਸ਼ਾ ਆਪਣੀ ਲਾਈਫ ਦੇ ਵਿੱਚ ਉਹ ਪਾਰਟਿਕੂਲਰ ਚੀਜ਼ ਨੂੰ ਹੀ ਫੋਲੋ ਕਰਦੇ ਹਾਂ, ਬਿਕੋਜ਼ ਬਹੁਤ ਸਾਰੀਆਂ ਚੀਜ਼ਾਂ ਰਸਤੇ ਦੇ ਵਿੱਚ ਆਉਂਦੀਆਂ ਟਾਈਮ ਟੂ ਟਾਈਮ, ਔਰ ਸਾਡੀਆਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਉਸ ਪਾਰਟਿਕੂਲਰ ਟਾਈਮ ਦੇ ਉੱਤੇ ਉਹ ਵੀ ਅਲੱਗ-ਅਲੱਗ ਹੁੰਦੀਆਂ। ਤਾਂ ਕਿਹੜੀ ਚੀਜ਼ ਸਾਡੇ ਨਾਲ ਮੈਚ ਕਰ ਰਹੀ ਹੈ ਉਹ ਵੀ ਇੰਪੋਰਟੈਂਟ ਹੈ, ਉਸ 'ਤੇ ਵੀ ਬਹੁਤ ਸਾਰੀ ਚੀਜ਼ਾਂ ਡਿਪੈਂਡ ਕਰਦੀ ਹੈ। ਤਾਂ ਗਾਂਧੀ ਜੀ ਨੂੰ ਮੈਂ ਪੜ੍ਹਿਆ ਔਰ ਗਾਂਧੀ ਜੀ ਦੇ ਮਾਧਿਅਮ ਰਾਹੀਂ ਮੈਂ ਭਾਰਤ ਦੇ ਪਿੰਡਾਂ ਨੂੰ ਸਮਝਿਆ। ਹਿੰਦ ਸਵਰਾਜ ਜਿਹੜੀ ਉਹਨਾਂ ਦੀ ਕਿਤਾਬ ਹੈ, ਜਿਹਦੇ ਵਿੱਚ ਮਾਡਰਨਿਟੀ, ਮਸ਼ੀਨਾਂ, ਇੰਡਸਟਰੀਅਲਾਈਜੇਸ਼ਨ ਇਹ ਸਭ ਦੀ ਗੱਲ ਕਰਦੇ ਆ, ਤਾਂ ਮੈਂ ਉਹਨੂੰ ਵੀ ਸਮਝਿਆ। ਮੈਂ ਕੋਈ ਐਸਾ ਨਹੀਂ ਹੈ ਇੰਡਸਟਰੀਅਲਾਈਜੇਸ਼ਨ ਦੇ ਖਿਲਾਫ ਹਾਂ ਜਾਂ ਮੈਂ ਕਹਿ ਰਹੀ ਹਾਂ ਕਿ ਸਭ ਕੁਝ ਮੈਨੂਅਲੀ ਹੋ ਜਾਏ, ਸਭ ਕੁਝ ਟ੍ਰੈਡੀਸ਼ਨਲ ਹੋ ਜਾਏ, ਉਹ ਵੀ ਪੋਸੀਬਲ ਨਹੀਂ ਹੈ। ਸਾਨੂੰ ਇੱਕ ਬੈਲੈਂਸ ਬਣਾ ਕੇ ਚੱਲਣਾ ਪਏਗਾ ਲਾਈਫ ਦੇ ਵਿੱਚ। ਹਾਂ, ਅਸੀਂ ਪੂਰਾ ਵੀ ਇੰਨਾ ਫਾਸਟ ਫੋਰਵਰਡ ਨਹੀਂ ਹੋ ਸਕਦੇ ਕਿ ਸਾਨੂੰ ਪਤਾ ਹੀ ਨਹੀਂ ਹੈ ਜੋ ਚੀਜ਼ ਅਸੀਂ ਕੰਜ਼ਿਊਮ ਕਰ ਰਹੇ ਹਾਂ, ਜੋ ਕੱਪੜਾ ਪਾ ਰਹੇ ਹਾਂ, ਜੋ ਰੋਟੀ ਖਾ ਰਹੇ ਹਾਂ, ਉਹ ਕਿੱਥੋਂ ਆ ਰਹੀ ਹੈ, ਕਿਹਨੇ ਪੈਦਾ ਕੀਤੀ ਹੈ, ਕਿਵੇਂ ਪੈਦਾ ਕੀਤੀ ਹੈ। ਤਾਂ ਇਹ ਪੂਰਾ ਜਿਹੜਾ ਏਲੀਏਨੇਸ਼ਨ ਹੈ ਉਹ ਵੀ ਨਹੀਂ ਹੋਣਾ ਚਾਹੀਦਾ। ਦੂਜੀ ਗੱਲ ਮੈਂ ਕਰੂੰਗੀ ਸਹਿਜਤਾ ਦੀ, ਔਰ ਮੈਂ ਇਸ ਚੀਜ਼ ਨੂੰ ਕਿਵੇਂ ਲੈ ਕੇ ਚੱਲ ਰਹੀ ਹਾਂ। ਦੇਖੋ, ਮੇਰੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਮੇਰੀ ਇਮੋਸ਼ਨਲ ਵੈਲਬੀਇੰਗ, ਮੇਰੀ ਮੈਂਟਲ ਵੈਲਬੀਇੰਗ ਔਰ ਮੇਰਾ ਫਿਜ਼ੀਕਲ ਸਪੇਸ, ਰਾਈਟ। I need to be healthy first and then only I can give health to somebody else. तो मैं ਉਹ ਸੈਲਫਿਸ਼ ਹੋ ਕੇ ਨਹੀਂ ਕਹਿ ਰਹੀ ਹਾਂ, ਪਰ ਅਗਰ ਮੈਂ ਹੀ ਉਸ ਚੀਜ਼ ਨੂੰ ਆਪਣੇ ਲਈ ਹਾਰਨੈਸ ਨਹੀਂ ਕਰ ਪਾਉਂਗੀ ਤਾਂ ਕਿਸੇ ਦੂਜੇ ਨੂੰ ਉਹ ਚੀਜ਼ ਪ੍ਰੋਵਾਈਡ ਕਰਾਣੀ ਮੇਰੇ ਲਈ ਮੁਸ਼ਕਿਲ ਹੋ ਜਾਏਗੀ। ਉਹ ਅੱਜ ਦੇ ਸਮਾਜ ਦੇ ਵਿੱਚ ਤੁਸੀਂ ਵਿਚਰਦੇ ਹੋ, ਸਮਾਜ ਦੇ ਵਿੱਚ ਤੁਸੀਂ ਡੀਲ ਵੀ ਕਰਦੇ ਹੋ, ਕਿੰਨੀ ਕੁ ਹੈਗੀ ਆ ਔਰ ਕਿੰਨੀ ਕੁ ਪੋਸੀਬਲ ਹੁੰਦੀ ਹੈ ਕਿ ਦੇਖੋ ਪਰਫੈਕਟ ਤਾਂ ਕੋਈ ਵੀ ਨਹੀਂ ਹੁੰਦਾਗਾ, ਕਿਤੇ ਨਾ ਕਿਤੇ ਅੰਡਰਸਟੈਂਡਿੰਗ ਬਣਾਉਣੀ ਪੈਂਦੀ ਹੈ। ਜੇ ਕੁੜੀ ਕਹਿ ਰਹੀ ਹੈ ਕਿ ਮੇਰਾ ਆਹ ਟਾਰਗੇਟ ਹੈ, ਮੈਂ ਕਰਨਾ, ਤੇ ਮੁੰਡਾ ਕਹਿੰਦਾ ਮੇਰਾ ਵੀ ਆ, ਪਰ ਮੈਂ ਤੈਨੂੰ ਸਹਿਯੋਗ ਕਰੂੰਗਾ, ਯੂ ਹੈਵ ਟੂ ਕੋਆਰਡੀਨੇਟ ਵਿਦ ਮੀ ਇਨ ਆਰਡਰ ਟੂ ਅਚੀਵ ਆਰ ਡ੍ਰੀਮਸ ਇਨ ਅ ਮੈਰਿਡ ਲਾਈਫ। ਮੰਨਦੇ ਹੋ ਤੁਸੀਂ? ਉਹ ਜਿਹੜੀ ਜੁਆਇੰਟ ਟਰਾਂਸਫੋਰਮੇਸ਼ਨ ਹੋ ਜਾਂਦੀ, ਦੋਨੋਂ ਆਪਦੀ ਜਿਹੜੇ ਡ੍ਰੀਮ ਚੇਸ ਕਰ ਲੈਂਦੇ, ਉਹ ਕਿੰਨੀ ਕੁ ਹੈਗੀ ਹੈ ਇਸ ਵੇਲੇ, ਕਿੰਨੀ ਕੁ ਐਗਜ਼ਿਸਟ ਕਰਦੀ ਸਮਾਜ ਦੇ ਵਿੱਚ?
देखो, मेरा ऐसा कोई मैरिड कपल्स और मैरिज लाइफ ਦਾ ਕੋਈ ਬਹੁਤ ਲੰਬਾ ਚੌੜਾ ਸਟੱਡੀ ਜਾਂ ਐਕਸਪਲੋਰੇਸ਼ਨ ਜਾਂ ਐਕਸਪੀਰੀਅੰਸ ਨਹੀਂ ਹੈ। ਇਹ ਤਾਂ ਜਿਹੜਾ ਮੈਂ ਆਪਣੇ ਸਮਾਜ ਦੇ ਵਿੱਚ ਰੋਜ਼ ਦੇਖਦੀ ਹਾਂ, ਸਾਡੇ ਕੋਲ ਇੱਥੇ ਅਨਮੈਰਿਡ ਲੜਕੀਆਂ ਵੀ ਆਉਂਦੀਆਂ ਜਿਹੜੀ ਕੰਮ ਕਰਨਾ ਚਾਹੁੰਦੀਆਂ, ਜਾਂ ਮੈਰਿਡ ਲੇਡੀਜ਼ ਵੀ ਹੁੰਦੀਆਂ, ਗਰਲਸ ਵੀ ਹੁੰਦੀਆਂ। ਤਾਂ ਰੂਰਲ ਸੁਸਾਇਟੀ ਦੇ ਵਿੱਚ ਬਹੁਤ ਜ਼ਿਆਦਾ ਹੈ, ਈਵਨ ਅਰਬਨ ਦੇ ਵਿੱਚ ਵੀ, ਕਿ 22-23 ਸਾਲ ਦੀ ਉਮਰ ਦੇ ਵਿੱਚ ਸ਼ਾਦੀ ਕਰ ਦੇਣੀ ਹੈ। ਹਾਲਾਂਕਿ ਉਹ ਇੱਕ ਰਾਈਟ ਏਜ ਹੈ, ਠੀਕ ਹੈ, ਇਹ ਵੀ ਸਾਨੂੰ ਮਾਨਣਾ ਪਏਗਾ, ਕਿਉਂਕਿ ਅੱਜ ਕੱਲ ਦੇ ਜਿਹੜੇ ਹੈਲਥ ਕ੍ਰਾਈਸਿਸ ਹੈ ਜਾਂ ਹੋਰ ਬਹੁਤ ਸਾਰੀਆਂ ਦਿੱਕਤਾਂ ਹੈ, ਅਗਰ ਲੇਟ ਮੈਰਿਜ ਹੁੰਦੀ ਹੈ ਤਾਂ ਐਡਜਸਟ ਕਰਨ ਦੇ ਵਿੱਚ ਵੀ ਦਿੱਕਤ ਹੁੰਦੀ ਹੈ। ਦੈਟ ਇਜ਼ ਆਲਸੋ ਟਰੂ, ਵਿਚ ਇਜ਼ ਫਾਈਨ। ਪਰ ਜਦੋਂ ਕਿਸੇ ਦੀ ਸ਼ਾਦੀ ਹੋ ਗਈ ਤਾਂ ਉਹਦੀ ਸਾਰੀ ਜ਼ਿੰਦਗੀ ਹੀ ਬਦਲ ਜਾਂਦੀ ਹੈ। ਲੇਡੀਜ਼ ਅਕਸਰ ਕਹਿੰਦੀ ਹੈ ਕਿ ਅਸੀਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰ ਪਾਏ, ਤਾਂ ਹੁਣ ਇਹ ਸਾਰੀਆਂ ਚੀਜ਼ਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਕਰਨ। ਤਾਂ ਉਹ ਜਿਹੜੇ ਉਹਨਾਂ ਦੇ ਸੁਪਨੇ ਹੁੰਦੇ ਆ ਉਹ ਆਪਣੇ ਬੱਚਿਆਂ ਦੇ ਵਿੱਚ ਦੇਖਣਾ ਸ਼ੁਰੂ ਕਰ ਦਿੰਦੇ ਆ, ਤੇ ਉਹ ਕਹਿੰਦੇ ਆ ਕਿ ਕਬੀਲਦਾਰੀਆਂ ਬਹੁਤ ਹੈ, ਅਸੀਂ ਕਬੀਲਦਾਰੀਆਂ ਤੋਂ ਬਾਹਰ ਨਹੀਂ ਨਿਕਲ ਸਕਦੇ। ਇਹਦਾ ਇੱਕ ਛੋਟਾ ਜਿਹਾ ਐਗਜ਼ਾਮਪਲ ਦਊਂਗੀ। ਅਸੀਂ ਇੱਥੇ ਇੱਕ 45 ਡੇਜ਼ ਦੀ ਟ੍ਰੇਨਿੰਗ ਲਗਾਈ ਹੋਈ ਹੈ, ਉਹਦੇ ਵਿੱਚ ਹੈਂਡਲੂਮ ਵੀਵਿੰਗ ਸਿਖਾਉਂਦੇ ਆ। ਉਹ ਗਵਰਨਮੈਂਟ ਆਫ ਇੰਡੀਆ ਦੇ ਵੱਲੋਂ ਜਿਹੜਾ ਟੈਕਸਟਾਈਲ ਡਿਪਾਰਟਮੈਂਟ ਹੈ, ਟੈਕਸਟਾਈਲ ਮਿਨਿਸਟਰੀ ਹੈ, ਉਹਨਾਂ ਨੇ ਉਹ ਟ੍ਰੇਨਿੰਗ ਆਰਗੇਨਾਈਜ਼ ਕੀਤੀ ਹੋਈ ਹੈ। ਔਰ ਉਹਦੇ ਵਿੱਚ ਇਹ ਕੰਡੀਸ਼ਨ ਹੈ ਕਿ ਤੁਸੀਂ 45 ਡੇਜ਼ ਰੈਗੂਲਰ ਉਸ ਟ੍ਰੇਨਿੰਗ ਨੂੰ ਅਟੈਂਡ ਕਰਨਾ ਹੈ ਵਿਦਆਊਟ ਐਨੀ ਲੀਵ। ਉਹਦੇ ਵਿੱਚ ਠੀਕ ਹੈ ਤੁਸੀਂ 2-3 ਛੁੱਟੀ ਲੈ ਸਕਦੇ ਹੋ, ਪਰ ਐਸਾ ਨਹੀਂ ਹੈ ਕਿ ਹਰ ਸੰਡੇ ਤੁਹਾਨੂੰ ਆਫ ਮਿਲੇਗਾ, ਉਹ ਲਗਾਤਾਰ ਹੈ। ਔਰ ਉਹਦੇ ਵਿੱਚ ਅਟੈਂਡੈਂਸ ਵੀ ਮੈਂਡੇਟਰੀ ਹੈ 9 to 5। ਤੇ ਇਹ ਛੋਟੀ ਜਿਹੀ ਚੀਜ਼, ਮਤਲਬ ਇਹ 30-30 35-35 ਸਾਲ ਦੀ ਸਾਡੀ ਲੇਡੀਜ਼ ਹੈ, ਔਰ ਇਹਨਾਂ ਨੂੰ ਆਪਣੇ ਲਈ 45 ਦਿਨ ਕੱਢਣੇ ਔਖੇ ਹੋ ਰਹੇ ਹੈ, ਠੀਕ ਹੈ, ਜੋ ਇਹਨਾਂ ਦੀ ਸੈਲਫ ਗਰੋਥ ਦੇ ਲਈ ਹੈ। ਇਹਨਾਂ ਨੂੰ ਕੰਮ ਮਿਲ ਸਕਦਾ ਹੈ, ਇਹਨਾਂ ਦਾ ਹੁਨਰ ਬਾਹਰ ਆ ਸਕਦਾ ਹੈ, ਇਹ ਕੱਲ ਨੂੰ ਇਕਨੋਮਿਕਲੀ ਸਟੈਂਡ ਹੋ ਸਕਦੀ ਹੈ। ਤਾਂ ਇਹ ਜਿਹੜਾ ਹੈ ਨਾ ਕਿ ਬਈ ਇੱਕ ਮਹਿਲਾ ਸਾਰਿਆਂ ਦੇ ਲਈ ਕਰੇਗੀ, ਪਰ ਉਹਦੇ ਲਈ ਆਪਣਾ ਟਾਈਮ ਨਹੀਂ ਹੋਏਗਾ, ਉਹ ਆਪਣੇ ਲਈ ਕੁਝ ਅਲੱਗ ਤੋਂ ਨਹੀਂ ਕਰ ਸਕਦੀ ਹੈ। ਤਾਂ ਇਹ ਜਿਹੜੀਆਂ ਚੀਜ਼ਾਂ ਹੈ, ਤਾਂ ਇਹ ਸਲੋ ਹੈਮਰਿੰਗ ਹੋਏਗੀ ਇਹਦੇ ਤੇ। ਐਸਾ ਨਹੀਂ ਹੈ ਕਿ ਕੋਈ ਓਵਰਨਾਈਟ ਸਭ ਕੁਝ ਬਦਲ ਜਾਏਗਾ, ਕਿਉਂਕਿ ਉਸ ਮਹਿਲਾ ਦੇ ਅੰਦਰ, ਉਸ ਲੜਕੀ ਦੇ ਅੰਦਰ ਖੁਦ ਵੀ ਉਹ ਹਿੰਮਤ ਆਣੀ ਚਾਹੀਦੀ ਹੈ ਕਿ ਹਾਂ, ਮੇਰੇ ਨਾਲ ਜੋ ਹੋ ਰਿਹਾ ਹੈ ਉਹ ਸ਼ਾਇਦ ਠੀਕ ਨਹੀਂ ਹੈ, ਔਰ ਮੈਂ ਅਗਰ ਥੋੜਾ ਜਿਹਾ ਆਪਣੇ ਉੱਤੇ ਕੰਮ ਕਰਨਾ ਚਾਹੁੰਦੀ ਹਾਂ ਤਾਂ ਮੈਨੂੰ ਕੁਝ ਹਟ ਕੇ ਕਰਨਾ ਪਏਗਾ, ਦੈਟਸ ਇਟ। ਹੋਰ ਇਹਦੇ ਵਿੱਚ ਕੋਈ ਲੰਬਾ ਚੌੜਾ ਕੋਈ ਪਾਰਟਨਰਸ਼ਿਪ ਜਾਂ ਕੋਈ ਰਿਲੇਸ਼ਨਸ਼ਿਪਸ ਜਾਂ ਕੋਈ ਜੋ ਸਾਡੀ ਵਿਵਸਥਾ ਹੈ ਉਹਦੇ ਵਿੱਚ ਕੋਈ ਖੋਟ ਨਹੀਂ ਹੈ, ਪਰ ਅਸੀਂ ਵੀ ਆਪਣੇ ਆਪ ਨੂੰ ਸਪਰੈਸ ਕਰ ਲੈਂਦੇ ਹਾਂ। ਬਿਕੋਜ਼ ਸਿੰਸ ਚਾਈਲਡਹੁੱਡ ਅਸੀਂ ਇਹੀ ਸੁਣਦੇ ਆ ਰਹੇ ਹੁੰਦੇ ਹਾਂ ਕਿ ਲੜਕੀ ਨੂੰ ਐਡਜਸਟ ਕਰਨਾ ਹੈ, ਉਹ ਚਾਹੇ ਭਰਾ ਦੇ ਨਾਲ ਹੈ, ਚਾਹੇ ਪਿਤਾ ਦੇ ਨਾਲ ਹੈ, ਚਾਹੇ ਅੱਗੇ ਪਤੀ ਦੇ ਨਾਲ ਹੈ, ਚਾਹੇ ਅੱਗੇ ਬੇਟੇ ਦੇ ਨਾਲ ਹੈ। ਤਾਂ ਉਹ ਸਾਡੇ ਅੰਦਰ ਬਹੁਤ ਗਹਿਰਾ ਉਤਰ ਜਾਂਦਾ ਹੈ ਕਿ ਅਸੀਂ ਹੀ ਐਡਜਸਟ ਕਰਨਾ ਹੈ, ਹੋਰ ਕੋਈ ਸਾਡੇ ਨਾਲ ਐਡਜਸਟ ਨਹੀਂ ਕਰੇਗਾ। ਤਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਇਸ ਟਾਈਮ ਪੁਰਸ਼ ਪ੍ਰਧਾਨ ਸਮਾਜ ਹੈ ਤਾਂ हाँ देखो, पैट्रियार्की ਤਾਂ ਹੁਣ ਵੀ ਹੈ, ਪਰ ऐसा नहीं है कि पुरुष ਜ਼ਰੂਰੀ ਨਹੀਂ ਹੈ। ਤਾਂ ਪੁरुष और महिलावां ਦੋਨੋਂ ਬਰਾਬਰ ਦਾ ਕੰਮ ਕਰਨ, ਕੰਧੇ ਨਾਲ ਕੰਧਾ ਮਿਲਾ ਕੇ ਚੱਲਣ। ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਹੁੰਦਾ ਵੀ ਹੈ ਕਿ ਉਹ ਇੱਕ ਦੂਜੇ ਨੂੰ ਸਮਝਦੇ ਵੀ ਹੈ, ਤਾਂ ਠੀਕ ਹੈ। ਲਾਈਫ ਇਜ਼ ਲਾਈਕ दैट ओनली, मतलब कोई वाइट एंड ब्लैक नहीं है कंप्लीटली, देयर आर मैनी एरियाज ऑफ ग्रेज एज वेल। और ग्रे ਦੇ ਵਿੱਚ ਹੀ ਅਸੀਂ ਜ਼ਿਆਦਾਤਰ ਆਪਰੇਟ ਕਰਦੇ ਹਾਂ, ਜਿੱਥੇ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਨਹੀਂ ਹੁੰਦੀ। ਬਟ ਠੀਕ ਹੈ, ਵਿਦਆਊਟ ਦੈਟ ਕਲੈਰਿਟੀ ਔਰ ਇਹ ਸਭ ਹੋਣ ਦੇ ਬਾਵਜੂਦ ਅਸੀਂ ਚੱਲਦੇ ਰਹਿੰਦੇ ਹਾਂ, ਔਰ ਉਹਦੇ ਵਿੱਚ ਹੀ ਸਾਡੀ ਇੱਕ ਆਸ਼ਾ ਦੀ ਕਿਰਨ ਬਣੀ ਰਹਿੰਦੀ ਹੈ ਕਿ ਅੱਛਾ ਕਰਾਂਗੇ ਆਪਣੇ ਲਈ ਵੀ ਔਰ ਦੂਜਿਆਂ ਦੇ ਲਈ ਵੀ। ਗ੍ਰਾਮ ਸਵਰਾਜ ਨਾਲ ਕਿੱਦਾਂ ਜਿਹੜਾ ਉਹ ਹੈਗਾ, ਪਹਿਲਾਂ ਦੱਸ ਦਿਓ ਦਰਸ਼ਕਾਂ ਨੂੰ ਹੈ ਕੀ ਚੀਜ਼, ਉਹਨਾਂ ਤੁਸੀਂ ਕਿੱਦਾਂ ਜੁੜੇ ਸੀ? ਗ੍ਰਾਮ ਸਵਰਾਜ ਇੱਕ ਕਿਤਾਬ ਹੈ, ਇੱਕ ਭਾਰਤ ਦੀ ਫਿਲਾਸਫੀ ਹੈ, ਦਰਸ਼ਨ ਹੈ। ਗਾਂਧੀ ਜੀ ਨੇ ਉਹਨੂੰ ਕਿਤਾਬ ਦੇ ਰੂਪ ਵਿੱਚ ਲਿਖਿਆ, ਪਰ ਗਾਂਧੀ ਜੀ ਹੀ ਪਹਿਲੇ ਨਹੀਂ ਸੀ ਜਿਨ੍ਹਾਂ ਨੇ ਸਵਰਾਜ ਦੀ ਗੱਲ ਕੀਤੀ। ਸਵਦੇਸ਼ੀ ਮੂਵਮੈਂਟ ਹੋਇਆ, ਉਸ ਤੋਂ ਪਹਿਲਾਂ ਛਤਰਪਤੀ ਸ਼ਿਵਾਜੀ ਨੇ ਸਵਰਾਜ ਦੇ ਲਈ ਬਹੁਤ ਕੰਮ ਕੀਤਾ। ਹੋਰ ਵੀ ਬਹੁਤ ਸਾਰੇ ਇੰਡੀਵਿਜੂਅਲ ਔਰ ਗਰੁੱਪਸ ਨੇ, ਜਦੋਂ ਬ੍ਰਿਟਿਸ਼ ਇੱਥੇ ਸਾਡੇ ਦੇਸ਼ ਦੇ ਵਿੱਚ ਰਾਜ ਕਰ ਰਹੇ ਸੀ, ਤਾਂ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਵਰਾਜ ਮਤਲਬ ਆਪਣਾ ਰਾਜ, ਆਪਣੇ ਉੱਤੇ ਰਾਜ, ਸਾਡੇ ਉੱਤੇ ਕੋਈ ਹੋਰ ਰਾਜ ਨਾ ਕਰੇ, ਠੀਕ ਹੈ। ਉਹਦੇ ਵਿੱਚ ਆਪਣੇ ਆਪ ਨੂੰ ਪਹਿਚਾਨਣਾ, ਆਪਣੇ ਰਿਸੋਰਸਿਸ ਨੂੰ ਪਹਿਚਾਨਣਾ, ਆਪਣੀ ਸਕਿੱਲ ਨੂੰ ਪਹਿਚਾਨਣਾ, ਆਪਣੇ ਹੁਨਰ ਨੂੰ ਪਹਿਚਾਨਣਾ, ਆਪਣੇ ਲਈ ਇੱਕ ਲੰਬੀ ਪਲੈਨਿੰਗ ਕਰਨੀ, ਕੁਝ ਵਿਜ਼ੂਅਲਾਈਜ਼ ਕਰਨਾ,
ਉਹ ਸਾਰੀਆਂ ਚੀਜ਼ਾਂ ਸਵਰਾਜ ਦੇ ਵਿੱਚ ਆਉਂਦੀਆਂ ਹੈ। ਔਰ ਗ੍ਰਾਮ ਸਵਰਾਜ ਮਤਲਬ ਪਿੰਡ ਦਾ ਸਵਰਾਜ। ਪਿੰਡ ਇੱਕ ਇਕਾਈ ਹੈ, ਜਿਵੇਂ ਮਨੁੱਖ ਦਾ ਸਰੀਰ ਹੁੰਦਾ ਹੈ, ਮਨੁੱਖ ਦੇ ਸਰੀਰ ਦੇ ਅਲੱਗ-ਅਲੱਗ ਅੰਗ ਹੁੰਦੇ ਹੈ, ਹੱਥ ਹੈ, ਪੈਰ ਹੈ, ਅੱਖਾਂ ਹੈ, ਕੰਨ ਹੈ, ਨੱਕ ਹੈ, ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਤਾਲਮੇਲ ਰੱਖ ਕੇ ਇਸ ਪੂਰੇ ਸਰੀਰ ਨੂੰ ਚਲਾਉਂਦੇ ਹਨ। ਔਰ ਖਾਲੀ ਫਿਜ਼ੀਕਲ ਬਾਡੀ ਨਹੀਂ ਹੈ, ਫਿਜ਼ੀਕਲ ਬਾਡੀ ਦੇ ਨਾਲ ਨਾਲ ਸਾਡਾ ਇੱਕ ਮਨ ਹੈ, ਜਿਹੜਾ ਸਾਨੂੰ ਕਹਿੰਦਾ ਹੈ ਕਿ ਕਿਹੜੀ ਚੀਜ਼ ਠੀਕ ਹੈ, ਕਿਹੜੀ ਨਹੀਂ ਠੀਕ ਹੈ, ਮੈਂ ਕਿੱਥੇ ਜਾਣਾ ਹੈ, ਮੈਂ ਕਿਹਦੇ ਨਾਲ ਗੱਲ ਕਰਨੀ ਹੈ, ਕਿਵੇਂ ਵਿਵਹਾਰ ਕਰਨਾ ਹੈ। ਔਰ ਮਨ ਦੇ ਨਾਲ ਨਾਲ ਇੱਕ ਦਿਮਾਗ ਵੀ ਹੈ ਜਿਹੜਾ ਸੋਚਦਾ ਹੈ, ਜਿਹੜਾ ਪਲੈਨਿੰਗ ਕਰਦਾ ਹੈ, ਜਿਹੜਾ ਮੈਨੇਜਮੈਂਟ ਕਰਦਾ ਹੈ। ਠੀਕ ਹੈ ਬਈ, ਇਹ ਮੌਸਮ ਆ ਗਿਆ, ਹੁਣ ਮੌਸਮ ਦੇ ਹਿਸਾਬ ਨਾਲ ਇਹ ਫਸਲ ਲਗਾਣੀ ਹੈ, ਹੁਣ ਇਸ ਚੀਜ਼ ਦਾ ਆ ਗਿਆ, ਮੈਂ ਇੰਨੇ ਟਾਈਮ 'ਚ ਇਹ ਕੰਮ ਕਰ ਲਾਂਗਾ, ਜਾਂ ਥਿੰਗਸ ਲਾਈਕ ਦੈਟ। ਤਾਂ ਅ ਕੰਪਲੀਟ ਸਿਸਟਮ ਆਫ ਬਾਡੀ, ਮਾਈਂਡ ਐਂਡ ਸੋਲ, ਤਾਂ ਉਹ ਹਿਊਮਨ ਬੀਇੰਗਸ ਤੇ ਵੀ ਅਪਲਾਈ ਹੁੰਦਾ ਹੈ, ਔਰ ਉਹ ਉਸੇ ਤਰ੍ਹਾਂ ਇੱਕ ਪਿੰਡ ਤੇ ਵੀ ਅਪਲਾਈ ਹੁੰਦਾ ਹੈ। ਤਾਂ ਜਿਹੜੀ ਪਿੰਡ ਦੀ ਆਤਮਾ ਹੈ, ਉਹ ਆਈ ਵੁੱਡ ਸੇ ਕਿ ਘਾਇਲ ਹੈ। ਪਿੰਡ ਦੀ ਜਿਹੜੀ ਆਤਮਾ ਹੈ, ਉਹ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਉਹ ਨਹੀਂ ਹੈ। ਉਹਦੇ ਉੱਤੇ ਬਾਹਰ ਦੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ, ਔਰ ਉਹਦੇ ਅੰਦਰ ਆਪਣਾ ਇੱਕ ਕੌਨਫੀਡੈਂਸ ਨਹੀਂ ਹੈ। ਉਹਦੇ ਉੱਤੇ ਬਹੁਤ ਜ਼ਿਆਦਾ ਅਟੈਕ ਵੀ ਹੋਏ, ਬਹੁਤ ਜ਼ਿਆਦਾ ਅਤਿਆਚਾਰ ਵੀ ਹੋਏ। ਤਾਂ ਅਗਰ ਪਿੰਡ ਦੀ ਆਤਮਾ ਖੁਦ ਨੂੰ ਸਮਝ ਲੇ, ਤਾਂ ਉਹਦਾ ਦਿਮਾਗ ਚੱਲਣਾ ਸ਼ੁਰੂ ਹੋ ਜਾਏ, ਤਾਂ ਜਿਹੜਾ ਫਿਜ਼ੀਕਲ ਪਾਰਟ ਹੈ ਉਹਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ। ਜਿਹੜੇ ਅਸੀਂ ਅੱਜ ਦੇ ਟਾਈਮ ਦੇ ਇਹ ਪ੍ਰੋਬਲਮਸ ਦੇਖਦੇ ਹਾਂ, ਪਾਣੀ ਦਾ ਕ੍ਰਾਈਸਿਸ ਹੈ, ਹਵਾ ਦਾ ਕ੍ਰਾਈਸਿਸ ਹੈ, ਮਿੱਟੀ ਦਾ ਕ੍ਰਾਈਸਿਸ ਹੈ, ਕੈਮੀਕਲ ਫਾਰਮਿੰਗ ਦਾ ਕ੍ਰਾਈਸਿਸ ਹੈ, ਬੱਚਿਆਂ ਦਾ ਜਿਹੜਾ ਮਾਈਗ੍ਰੇਸ਼ਨ ਹੈ, ਕੈਨੇਡਾ ਜਾਣਾ ਜਾਂ ਕਿਤੇ ਹੋਰ ਜਾਣਾ। ਪੰਜਾਬ ਦੇ ਵਿੱਚ ਤਾਂ ਲੋਕ ਕੈਨੇਡਾ ਹੀ ਜਾਂਦੇ ਹਨ, ਪਰ ਉੱਥੇ ਅਸੀਂ ਵੱਡੇ ਸ਼ਹਿਰਾਂ ਦੇ ਵਿੱਚ ਦੇਖਾਂਗੇ, ਬੈਂਗਲੌਰ, ਹੈਦਰਾਬਾਦ, ਚੇਨਈ, ਤਾਂ ਉੱਥੇ ਉਹ ਲੇਬਰ ਦਾ ਬਹੁਤ ਜ਼ਿਆਦਾ ਮਾਈਗ੍ਰੇਸ਼ਨ ਹੁੰਦਾ ਹੈ, ਜਿਹੜਾ ਕੰਸਟਰਕਸ਼ਨ ਸਾਈਟ ਤੇ ਕੰਮ ਕਰਦੇ ਹਨ। ਤਾਂ ਮਾਈਗ੍ਰੇਸ਼ਨ ਇਜ਼ ਐਵਰੀਵੇਅਰ, ਬਿਕੋਜ਼ ਅਸੀਂ ਆਪਣੇ ਪਿੰਡਾਂ ਨੂੰ ਨਹੀਂ ਪਹਿਚਾਨ ਪਾ ਰਹੇ। ਔਰ ਅਸੀਂ ਮਤਲਬ ਖਾਲੀ ਸਮਾਜ ਇਹ ਕੰਮ ਨਹੀਂ ਕਰ ਪਾਏਗਾ, ਬਿਕੋਜ਼ ਸਮਾਜ ਦੀ ਇੰਨੀ ਤਾਕਤ ਵੀ ਨਹੀਂ ਹੈ ਨਾ, ਕਿਉਂਕਿ ਸਮਾਜ ਤਾਂ ਦੋ ਸਮੇਂ ਦੀ ਜਿਹੜੀ ਰੋਟੀ ਹੈ ਉਹਨੂੰ ਉਹੀ ਜੁਟਾਣੀ ਔਖੀ ਹੋ ਜਾਂਦੀ ਹੈ ਕਿ ਉਹ ਨਰੇਗਾ ਤੇ ਕੰਮ ਕਰੇਗਾ, ਜਾਂ ਕਿਸੇ ਦੁਕਾਨ ਤੇ ਲੱਗੇਗਾ, ਜਾਂ ਕੋਈ ਮਜ਼ਦੂਰੀ ਦਿਹਾੜੀ ਕਰੇਗਾ। ਤਾਂ ਜਿਹੜਾ ਸਮਾਜ ਦਾ ਇੱਕ ਦੂਜਾ ਵਰਗ ਹੈ, ਜਿਹਨੂੰ ਰੋਟੀ ਪਾਣੀ ਦੀ ਚਿੰਤਾ ਨਹੀਂ ਹੈ, ਪਰਮਾਤਮਾ ਦੀ ਦਇਆ ਤੋਂ, ਪਰਮਾਤਮਾ ਦੀ ਕਿਰਪਾ ਤੋਂ ਉਹਨਾਂ ਦੇ ਕੋਲੋਂ ਹੈ, ਇੱਕ ਮਕਾਨ ਹੈ, ਇੱਕ ਚੰਗੀ ਜਿਨ੍ਹਾਂ ਦੀ ਸੋਚ ਹੈ, ਪੜ੍ਹੇ ਲਿਖੇ ਹੈ, ਤਾਂ ਉਹ ਆਪਣੇ ਸਮਾਜ ਦੇ ਦੂਜੇ ਲੋਕਾਂ ਨੂੰ ਦਿਸ਼ਾ ਦਿਖਾ ਸਕਦੇ ਹੈ, ਉਹਨਾਂ ਦੇ ਲਈ ਕਰ ਸਕਦੇ ਹੈ, ਇੱਕ ਬੈਰੀਅਰ, ਇੱਕ ਪਲੇਟਫਾਰਮ ਉਹਨਾਂ ਦੇ ਲਈ ਉਹ ਬਣ ਸਕਦੇ ਹੈ। ਤਾਂ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਜਿਹੜੇ ਅਲੱਗ-ਅਲੱਗ ਲੈਵਲ ਤੇ ਲੋਕ ਹੈ, ਉਹਨਾਂ ਨੂੰ ਕੰਮ ਕਰਨਾ ਪਏਗਾ। ਔਰ ਅਗਰ ਅਸੀਂ ਕਹੀਏ ਕਿ ਸਮਾਜ ਖੁਦ ਉੱਠ ਖੜਾ ਹੋਏ, ਸਮਾਜ ਨੂੰ ਹਮੇਸ਼ਾ ਲੀਡਰਸ਼ਿਪ ਚਾਹੀਦੀ ਹੁੰਦੀ ਹੈ। ਜਦੋਂ ਸਮਾਜ ਨੂੰ ਕਿਸੇ ਦੀ ਗੱਲ ਅਪੀਲ ਕਰਦੀ ਹੈ, ਤਾਂ ਫਿਰ ਉਹ ਉਹਦੇ ਵਿੱਚ ਜਾਂਦੇ, ਨਹੀਂ ਤਾਂ ਆਪਣੇ ਪਰਿਵਾਰ ਤੋਂ ਇਲਾਵਾ ਸਾਡੇ ਮੈਨੂੰ ਲੱਗਦਾ ਹੈ 80-90% ਸਮਾਜ ਦੇ ਲੋਕਾਂ ਨੂੰ ਕੋਈ ਫੁਰਸਤ ਹੀ ਨਹੀਂ ਹੈ। ਮਜਬੂਰੀਆਂ ਵੀ ਗੱਲ ਸਰਵਾਈਵਲ ਦੀ ਹੁੰਦੀ। ਹੁਣ ਤੁਸੀਂ ਦੇਖਿਆ ਹੋਣਾ ਨਾਰਥ ਭਾਰਤ ਚੋਂ, ਨਾਰਥ ਇੰਡੀਆ ਚੋਂ, ਪੰਜਾਬ ਦੀ ਖਾਸ ਕਰਕੇ ਗੱਲ ਕਰੀਏ, ਕੋਈ 20-25 ਸਾਲ ਪਹਿਲਾਂ ਹੁੰਦਾ ਸੀਗਾ ਸਟੂਡੈਂਟ ਵੀਜ਼ਾ ਜਦੋਂ ਸ਼ੁਰੂ ਹੋਏ ਆ, ਮੁੰਡੇ ਜਾਂਦੇ ਸੀਗੇ, ਕਾਫੀ ਹੱਦ ਤੱਕ ਉਹ ਜਾ ਕੇ ਕਮਾਉਂਦੇ ਸੀਗੇ, ਨਾਲੇ ਪਿੱਛੇ ਸਪੋਰਟ ਕਰਦੇ ਸੀ ਫੈਮਲੀਆਂ ਨੂੰ, ਤੇ ਨਾਲੇ ਫਿਰ ਕੋਸ਼ਿਸ਼ ਕਰਦੇ ਸੀ ਆਪਦੇ ਆਪ ਨੂੰ ਸਟੈਬਲਿਸ਼ ਉੱਥੇ ਕਰ ਸਕਣ ਤੇ ਹੌਲੀ ਹੌਲੀ ਪਰਿਵਾਰ ਨੂੰ ਕੱਢ ਸਕਣ। ਠੀਕ ਹੈ, ਫਿਰ ਆਈਲੈਟ ਸਿਸਟਮ ਬਣ ਗਿਆ, ਫਿਰ ਕੁੜੀਆਂ ਜਾਣ ਲੱਗ ਗਈਆਂ। ਹੁਣ ਇੱਕ ਪਾਸੇ ਤਾਂ ਤੁਸੀਂ ਹੈ ਕਿ ਸਭ ਕੁਛ ਕਰਕੇ ਵੱਡੀਆਂ ਜਾਬਾਂ ਠੁਕਰਾ ਕੇ, ਤੇ ਇੱਕ ਉਹ ਚੀਜ਼ ਵਾਪਸ ਪੰਜਾਬ 'ਚ ਜਾਂ ਦੁਨੀਆ 'ਤੇ ਉਹ ਲਿਆਉਣਾ ਚਾਹੁੰਦੇ ਆ ਜੋ ਆਪਾਂ ਖੋ ਚੁੱਕੇ ਹਾਂ। ਇੱਕ ਪਾਸੇ ਉਹ ਕੁੜੀਆਂ ਨੇ ਵਿਚਾਰੀਆਂ ਨੇ ਜਿਹੜੇ ਮਾਂ ਬਾਪ ਕਰਜ਼ਾ ਚੁੱਕਦੇ ਆ, ਉਹਨਾਂ ਨੂੰ ਆਈਲੈਟਸ ਕਰਾਉਂਦੇ ਆ, ਉਹਨਾਂ ਨੂੰ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਜਿੱਥੇ ਵੀ ਥਾਂ ਮਿਲਦੀ ਭੇਜਦੇ ਆ। ਫਿਰ ਉਹ ਇੰਨਾ ਸੌਖਾ ਨਹੀਂ ਹੈ। ਅਸੀਂ ਤਾਂ ਬਹੁਤ ਕੁਛ ਦੇਖ ਚੁੱਕੇ ਹਾਂ, ਜਿੰਨੀ ਹੈਲਪ ਹੋ ਸਕਦੀ ਕਰੀ ਦੀ ਵੀ ਆ। ਉਹ ਕੁੜੀਆਂ ਜੇ ਤਾਂ ਕਾਮਯਾਬ ਹੋ ਜਾਣ, ਬਹੁਤ ਵਧੀਆ ਰਲ ਕੇ ਰਹਿ ਕੇ ਇੱਕ ਅਪਾਰਟਮੈਂਟ ਲੈ ਲਿਆ, ਕੰਮ ਵੀ ਕੀਤਾ, ਪਿਛਲਿਆਂ ਨੂੰ ਵੀ ਸਪੋਰਟ ਕੀਤੀ, ਆਪ ਵੀ ਪੜ੍ਹ ਲਿਆ, ਡਿਗਰੀ ਕਰ ਲਈ, ਤਾਂ ਮੂਵ ਔਨ ਵਿਦ ਲਾਈਫ। ਪ੍ਰੋਬਲਮ ਇਹ ਹੈ ਕਿ ਆਹ ਜਿਹੜੇ ਕੰਟਰੀ ਹੈਗੇ ਆ, ਕਈ ਵਾਰ ਇੱਥੇ ਵੀ ਡਾਊਨਫਾਲ ਆਉਂਦਾ, ਜੌਬਸ ਨਹੀਂ ਮਿਲਦੀਆਂ ਆ ਉਸ ਟਾਈਮ। ਕਈ ਕੁੜੀਆਂ ਕੰਪਰੋਮਾਈਜ਼ ਕਰਦੀਆਂ ਲਾਈਫ ਦੇ ਨਾਲ, ਉਹ ਵੀ ਚੰਗਾ ਨਹੀਂ ਲੱਗਦਾ ਗਾ। ਕਈ ਕੁੜੀਆਂ ਫਿਰ ਗਲਤ ਰਾਹਾਂ 'ਤੇ ਤੁਰ ਪੈਂਦੀਆਂ, ਉਹ ਵੀ ਨਹੀਂ। ਕਈ ਕੁੜੀਆਂ ਵਿਚਾਰੀਆਂ ਜਿੱਥੇ ਕੰਮ ਮਿਲਦਾ, ਜਿੱਦਾਂ ਦਾ ਮਿਲਦਾ, ਉਹ ਕਰਦੀਆਂ ਆ। ਕਿਉਂਕਿ ਪਿੱਛੇ ਉਹਨਾਂ ਨੇ ਕਰਜ਼ਾ ਚੱਕਿਆ ਹੁੰਦਾ। ਹੁਣ ਮੈਨੂੰ ਇੱਕ ਗੱਲ ਸਮਝਾਓ ਕਿ ਹੁਣ ਤੁਸੀਂ ਪਿੰਡਾਂ ਜਾਂਦੇ ਹੋ, ਤੁਸੀਂ ਆਹ ਖੱਡੀਆਂ ਦਾ ਕੰਮ ਵੀ ਦੇਖ ਰਹੇ ਹੋ, ਤੁਸੀਂ ਆਹ ਖੇਸ ਕਿੱਦਾਂ ਬੁਣਦੇ ਉਹ ਵੀ ਦੇਖ ਰਹੇ ਹੋ, ਇੱਕ ਉਹ ਨੁਹਾਰ ਜੀ ਬਦਲਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਜਿਹੜਾ ਮਾਈਂਡ ਸੈੱਟ ਆ, ਆਮ ਕੁੜੀਆਂ 'ਚ ਜੇ ਪਾਉਣਾ ਹੋਵੇ ਕਿ ਠੀਕ ਆ, ਸਹਿਜਤਾ ਦੇ ਵਿੱਚ ਦੋ ਫੁਲਕੇ ਜਿਹੜੇ ਇੱਥੇ ਖਾਣੇ, ਤਾਂ ਆਪਾਂ ਆਹ ਕੰਮ ਕਰੀਏ,
ਜਿੰਨਾ ਇਹ ਆਪਾਂ ਜ਼ਿੰਦਗੀ ਵਧੀਆ ਜੀ ਸਕਦੇ ਹਾਂ। ਕਿੰਨਾ ਕੁ ਸਕਸੈਸ ਤੁਹਾਨੂੰ ਮਿਲੂਗੀ ਜੇ ਤੁਸੀਂ ਆ ਮੈਨੂੰ ਪਤਾ ਤੁਸੀਂ ਸ਼ੁਰੂ ਵੀ ਕੀਤਾ ਹੋਇਆ, ਕਦੋਂ ਕੁ ਤੱਕ ਤੁਸੀਂ ਦੇਖਦੇ ਆ ਕਿ 10-15 ਕੁੜੀਆਂ ਮੇਰੇ ਕਹੇ ਤੇ ਇਸ ਅਵਸਥਾ ਦੇ ਵਿੱਚ ਆ ਜਾਣਗੀਆਂ? ਦੇਖੋ, ਇਹ ਗੱਲ ਨੂੰ ਐਡਰੈਸ ਕਰਨ ਦੇ 2-3 ਸਟੈਪ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਸਾਈਕੀ ਹੈ ਕਿ ਅਸੀਂ ਕੈਨੇਡਾ ਜਾਂ ਅਬਰੋਡ ਜਾ ਕੇ ਅਸੀਂ ਇੱਕ ਚੰਗੀ ਜ਼ਿੰਦਗੀ ਜੀ ਸਕਦੇ ਹਾਂ, ਤਾਂ ਮੈਨੂੰ ਇੱਥੇ ਹੀ ਥੋੜਾ ਪਰਹੇਜ਼ ਹੈ। ਮੈਂ ਸਿਰਫ ਇੱਥੇ ਯੰਗਸਟਰਸ ਦੀ ਗੱਲ ਨਹੀਂ ਕਰੂੰਗੀ, ਮੈਂ ਇੱਥੇ ਪੇਰੈਂਟਸ ਦੀ ਗੱਲ ਵੀ ਕਰੂੰਗੀ ਔਰ ਖਾਸ ਕਰ ਰਿਲੇਟਿਵਸ ਦੀ ਗੱਲ ਕਰੂੰਗੀ, ਕਿਉਂਕਿ ਸਾਡੇ ਪਰਿਵਾਰਾਂ ਦੇ ਵਿੱਚ ਪੇਰੈਂਟਸ ਦੇ ਨਾਲੋਂ ਰਿਲੇਟਿਵਸ ਦਾ ਬਹੁਤ ਜ਼ਿਆਦਾ ਸਟੇਕ ਰਹਿੰਦਾ ਹੈ। ਰਿਲੇਟਿਵਸ ਮਤਲਬ ਚੰਗੇ ਵੀ ਹੈ, ਪਰ ਇੱਕ ਤਰ੍ਹਾਂ ਦਾ ਉਹਨਾਂ ਦਾ ਇੰਟਰਫੇਰੈਂਸ ਬਹੁਤ ਜ਼ਿਆਦਾ ਰਹਿੰਦਾ ਹੈ ਕਿਸੇ ਇੰਡੀਵਿਜੂਅਲ ਦੀ ਲਾਈਫ ਦੇ ਵਿੱਚ, ਉਹ ਚਾਹੇ ਉਹਨਾਂ ਦੇ ਐਜੂਕੇਸ਼ਨਲ ਡਿਸੀਜ਼ਨ ਹੋਣ, ਚਾਹੇ ਉਹਨਾਂ ਦੇ ਮੈਰਿਜ ਦੇ ਡਿਸੀਜ਼ਨ ਹੋਣ, ਤਾਂ ਉਹ ਬਹੁਤ ਜ਼ਿਆਦਾ ਚੀਜ਼ਾਂ ਨੂੰ ਪ੍ਰਭਾਵਿਤ ਕਰਦੇ ਨੇ। ਹੁਣ ਜਿਹੜੇ ਸਾਡੇ ਇੰਡੀਅਨ ਪੇਰੈਂਟਸ ਹੈ ਜਾਂ ਖਾਸ ਕਰ ਪੰਜਾਬ ਦੇ ਪੇਰੈਂਟਸ ਹੈ, ਉਹ ਇੱਥੇ ਪੰਜਾਬ ਦੇ ਵਿੱਚ ਜਾਂ ਕਿਸੇ ਪਿੰਡ ਤੋਂ ਸ਼ਹਿਰ ਆਪਣੀ ਕੁੜੀ ਨੂੰ ਭੇਜਣ ਲਈ 100 ਵਾਰ ਸੋਚਣਗੇ। ਠੀਕ ਹੈ, ਨਾਲ ਕੋਈ ਮੁੰਡਾ ਜਾਏ, ਕੋਈ ਭਰਾ ਜਾਏ, ਕੋਈ ਪਿਤਾ ਜਾਏ, ਕੋਈ ਹੋਰ ਜਾਏ, ਮੇਲ ਮੈਂਬਰ ਜਾਏ ਸੋਸਾਇਟੀ ਦਾ। ਪਰ ਜਦੋਂ ਕਿਸੇ ਨੇ ਅਬਰੋਡ ਜਾਣਾ ਹੈ ਤਾਂ ਉਹ ਚੀਜ਼ ਨਹੀਂ ਆਉਂਦੀ, ਉਹ ਉਹਨਾਂ ਨੂੰ ਇਕੱਲੇ ਉੱਥੇ ਭੇਜ ਦਿੰਦੇ ਆ ਤੇ ਉਹਨਾਂ ਦੇ ਨਾਲ ਉੱਥੇ ਕੀ ਹੋ ਰਿਹਾ, ਕਿਵੇਂ ਉਹ ਰਹਿ ਰਹੇ ਹੈ, ਤਾਂ ਉਹ ਉਹਨਾਂ ਦੇ ਅੰਦਰ ਇੱਕ ਬੜੀ ਵੱਡੀ ਚੀਜ਼ ਆ ਜਾਂਦੀ ਹੈ ਕਿ ਕੈਨੇਡਾ ਜਾ ਕੇ ਉਹ ਸਰਵਾਈਵ ਕਰ ਲੈਣਗੇ। ਤਾਂ ਇਹ ਜਿਹੜਾ ਇੱਕ ਤਰ੍ਹਾਂ ਦੀ ਭੇਡ ਚਾਲ ਹੈ ਜਾਂ ਰੀਸ ਹੈ ਕਿ ਕੈਨੇਡਾ ਤੋਂ ਇਲਾਵਾ ਕੋਈ ਹੋਰ ਆਪਸ਼ਨ ਹੀ ਨਹੀਂ ਹੈ, ਤਾਂ ਅਸੀਂ ਆਪਣੀ ਅੱਖਾਂ ਬੰਦ ਕਰ ਲੈਂਦੇ ਹਾਂ। ਆਪਣੇ ਕੰਨਾਂ ਤੋਂ ਜਿਹੜਾ ਸਾਨੂੰ ਸੁਣ ਸਕਦਾ ਹੈ ਉਹ ਸੁਣਨ ਦੀ ਸਮਰੱਥਾ ਸਾਡੇ ਵਿੱਚ ਨਹੀਂ ਰਹਿੰਦੀ, ਤੇ ਜਿਹੜੇ ਸਾਡੇ ਸੈਂਸਿਸ ਹੈ ਉਹ ਵੀ ਬਲੌਕ ਹੋ ਜਾਂਦੇ ਨੇ, ਕਿਉਂਕਿ ਅਸੀਂ ਜਿਹੜੇ ਸਾਡੇ ਇੱਥੇ ਓਪਰਚੁਨਿਟੀਜ਼ ਹੋ ਸਕਦੀ ਹੈ ਅਸੀਂ ਉਹਨਾਂ ਦੇ ਲਈ ਰਸਤਾ ਬੰਦ ਕਰ ਲੈਂਦੇ ਹਾਂ। ਤੇ ਇਹ ਗੱਲ ਦੱਸੋ ਕਿ ਅਗਰ ਕੋਈ ਇੰਡੀਵਿਜੂਅਲ 20-25 ਸਾਲ ਇੱਕ ਪਾਰਟਿਕੂਲਰ ਜ਼ਮੀਨ ਦੇ ਉੱਤੇ, ਇੱਕ ਪਾਰਟਿਕੂਲਰ ਐਨਵਾਇਰਨਮੈਂਟ ਦੇ ਵਿੱਚ, ਇੱਕ ਪਾਰਟਿਕੂਲਰ ਸੋਸਾਇਟੀ ਦੇ ਵਿੱਚ ਨਰਚਰ ਹੋਇਆ ਹੈ, ਤੇ ਉਹਨੂੰ ਤੁਸੀਂ ਇਮੀਡੀਏਟਲੀ ਕਹੋ ਕਿ ਹੁਣ ਤੁਸੀਂ ਕੈਨੇਡਾ ਜਾਣਾ ਹੈ, ਮੈਂ ਤਾਂ ਉਹ ਇੰਡੀਵਿਜੂਅਲ ਦੀ ਵੀ ਹਿੰਮਤ ਮੰਨਦੀ ਹਾਂ ਕਿ ਉਹ ਕਿਵੇਂ ਸਭ ਕੁਝ ਛੱਡ ਕੇ ਬੜੇ ਉਤਸ਼ਾਹਿਤ ਹੋ ਕੇ, ਬੜੀ ਉਹਨਾਂ ਦੇ ਅੰਦਰ ਚਾਹ ਹੁੰਦਾ ਹੈ, ਉਹ ਚਲੇ ਜਾਂਦੇ ਆ। ਔਰ ਅਗਰ ਇੱਕ ਪੌਦੇ ਨੂੰ ਤੁਸੀਂ 20-25 ਸਾਲ ਦੀ ਉਮਰ ਤੋਂ ਉਖਾੜ ਕੇ ਕਿਤੇ ਹੋਰ ਭੇਜੋ, ਠੀਕ ਹੈ ਟੈਂਪਰੇਰੀ ਵੀ ਹੁੰਦੀਆਂ ਕੁਝ ਚੀਜ਼ਾਂ, ਪਰ ਬਹੁਤ ਜ਼ਿਆਦਾ ਲੋਕ ਤਾਂ ਸੋਚਦੇ ਆ ਕਿ ਅਸੀਂ ਉੱਥੇ ਜਾ ਕੇ ਸੈਟਲ ਹੀ ਹੋ ਜਾਣਾ ਹੈ। ਤਾਂ ਇਹ ਜਿਹੜਾ ਮਾਈਂਡਸੈਟ ਹੈ ਨਾ, ਇਹ ਸਿਰਫ ਮਾਈਂਡਸੈਟ ਹੈ, ਇਹ ਸਰਵਾਈਵਲ ਦਾ ਇਸ਼ੂ ਨਹੀਂ ਹੈ, ਟੂ ਮੇਕ ਇਟ ਵੈਰੀ ਕਲੀਅਰ। ਠੀਕ ਹੈ, ਔਰ ਮੈਂ ਇਹਦੇ ਤੇ ਬਹੁਤ ਅਫਰਮ ਹਾਂ ਕਿ ਸਰਵਾਈਵਲ ਇਜ਼ ਨੋਟ ਐਨ ਇਸ਼ੂ। ਪੋਪੂਲੇਸ਼ਨ ਤੁਸੀਂ ਕਹਿ ਸਕਦੇ ਹੋ ਵੱਧ ਰਹੀ ਹੈ, ਪਰ ਇੱਥੇ ਜ਼ਮੀਨਾਂ ਖਾਲੀ ਪਈ ਹੈ, ਇੱਥੇ ਇੰਨੇ ਆਪਸ਼ਨ ਹੈ। ਅਗਰ ਮੈਂ ਆਪਣਾ ਐਗਜ਼ਾਮਪਲ ਦਵਾਂ, ਮੈਨੂੰ ਤਾਂ ਕੁਝ ਵੀ ਨਹੀਂ ਪਤਾ ਸੀ ਕਿ ਅਸੀਂ ਇਹ ਤ੍ਰਿੰਜਣ ਕਰਾਂਗੇ, ਚਰਖੇ ਦਾ ਕੰਮ ਕਰਾਂਗੇ, ਖੱਡੀਆਂ ਦਾ ਕੰਮ ਕਰਾਂਗੇ। ਇੱਕ ਜ਼ੀਲ ਸੀਗੀ ਮਨ ਦੇ ਵਿੱਚ ਕਿ ਆਪਣੇ ਏਰੀਆ ਦੇ ਵਿੱਚ ਹੀ ਜਾ ਕੇ ਕੰਮ ਕਰਨਾ, ਇੱਕ ਡਿਟਰਮੀਨੇਸ਼ਨ ਸੀ, ਇੱਕ ਡੈਡੀਕੇਸ਼ਨ ਸੀ, ਉਹਦੇ ਨਾਲ ਇਹ ਸਭ ਕੁਝ ਖੜਾ ਹੋਇਆ। ਅਸੀਂ ਕਿਉਂ ਕਿਸੇ ਦੇ ਉੱਤੇ ਡਿਪੈਂਡ ਹੁੰਨੇ ਆ? ਅਸੀਂ ਕਿਉਂ ਚਾਹੁੰਦੇ ਆ ਕਿ ਕੋਈ ਮੈਨੂੰ ਉੱਥੇ ਕੈਨੇਡਾ ਦੇ ਵਿੱਚ ਬੈਠਾ ਨੌਕਰੀ ਦੇਗਾ? ਅਸੀਂ ਕਿਉਂ ਆਪਣੇ ਲਈ ਨੌਕਰੀ ਨਹੀਂ ਕ੍ਰੀਏਟ ਕਰ ਸਕਦੇ? ਕਿਆ ਸਾਡੇ ਸਮਾਜ ਦੇ ਵਿੱਚ ਰੋਟੀ, ਕੱਪੜਾ, ਮਕਾਨ ਨਹੀਂ ਚਾਹੀਦਾ? ਇਹ 3 ਬੇਸਿਕ ਚੀਜ਼ਾਂ। ਔਰ ਅਗਰ ਇਹ 3 ਬੇਸਿਕ ਚੀਜ਼ਾਂ ਦੇ ਲਈ ਹੀ ਕੰਮ ਕਰੀਏ ਤਾਂ ਇਹਦੇ ਵਿੱਚੋਂ ਜੌਬ ਵੀ ਨਿਕਲ ਸਕਦੀ ਹੈ, ਸਰਵਾਈਵਲ ਵੀ ਨਿਕਲ ਸਕਦਾ ਹੈ, ਤੁਹਾਡੇ ਮਨ ਦੀ ਸੰਤੁਸ਼ਟੀ ਵੀ ਨਿਕਲ ਸਕਦੀ ਹੈ, ਔਰ ਤੁਸੀਂ ਆਪਣੇ ਏਰੀਆ ਦੇ ਵਿੱਚ ਵੀ ਰਹਿ ਸਕਦੇ ਹੋ। ਤਾਂ ਇਟ ਇਜ਼ ਜਸਟ ਦਾ ਮਾਈਂਡਸੈਟ। ਇਟ ਇਜ਼ ਜਸਟ ਲਾਈਕ ਕਿ ਮੈਂ ਖੁਦ ਕੁਛ ਨਾ ਸੋਚਾਂ, ਮੈਂ ਖੁਦ ਕੁਛ ਨਾ ਕਰਾਂ, ਜਿਹੜਾ ਕੁਝ ਸਮਾਜ ਦੇ ਵਿੱਚ ਚੱਲ ਰਿਹਾ ਬਸ ਮੈਂ ਉਹ ਪਿੱਛੇ ਉਹ ਜਿਹੜੇ ਉਹ ਪਿੱਠੂ ਢੋਂਦੇ ਆ ਨਾ ਸਮਾਨ ਨੂੰ, ਬਸ ਮੈਂ ਉਹਦੀ ਤਰ੍ਹਾਂ ਬਣਦੇ ਰਵਾਂ। ਦੈਟ ਇਜ਼ ਨਾਟ ਹਿਊਮਨ ਬੀਇੰਗ, I would say। do you think ਭੈਣ ਜੀ, ਆਪਾਂ ਜੇ ਇਕੱਲੀ ਕੁੜੀਆਂ ਦੀ ਗੱਲ ਕਰੀਏ ਕਿ ਉਹ ਸਿਸਟਮ ਚੋਂ ਨਿਕਲਣਾ ਚਾਹੁੰਦੀਆਂ ਕਿ ਜਿੱਥੇ ਉਹ ਕਹਿੰਦੀਆਂ ਕਿ ਪਹਿਲਾਂ ਮੇਰੇ ਤੇ ਡਿਕਟੇਟ ਮੇਰਾ ਫਾਦਰ ਜਾਂ ਬ੍ਰਦਰ ਕਰਦੇ ਸੀ ਜਾਂ ਮਾਤਾ ਕਰਦੀ ਸੀ ਕਿ ਆਹ ਸਹੀ ਹੈ ਗਲਤ ਹੈ, ਤੇ ਮੈਂ ਹੁਣ ਬਾਹਰ ਚਲਾ ਜਾਊਂਗੀ, ਉੱਥੇ ਆਪਦਾ ਕਮਾਊਂਗੀ, ਆਪਦਾ ਖਾਊਂਗੀ, ਥੋੜੀ ਜਿਹੀ ਮੈਨੂੰ, ਮੈਂ ਖੁੱਲ੍ਹ ਕੇ ਆਜ਼ਾਦੀ ਦੀ ਗੱਲ ਨਹੀਂ ਕਰ ਰਿਹਾ, ਮੈਨੂੰ ਥੋੜ੍ਹੀ ਜਿਹੀ ਫਰੀਡਮ ਹੋਊਗੀ ਕਿ ਮੈਂ ਆਪਦੀ ਮਨੀ ਆਪ ਕਮਾ ਕੇ ਆਪਾਂ ਕਰ ਰਹੇ ਹਾਂ, ਕਿਉਂਕਿ ਵਿਆਹ ਤੋਂ ਬਾਅਦ ਫਿਰ ਕੋਈ ਹੋਰ ਜਾਣਾ ਡਿਕਟੇਟ ਕਰੂਗਾ ਜੋ ਸਿਸਟਮ ਹੈ ਆਪਣੇ ਇੰਡੀਆ ਦੇ ਵਿੱਚ। ਤੁਹਾਨੂੰ ਲੱਗਦਾ ਕਿ ਕੁੜੀਆਂ ਦੇ ਦਿਮਾਗ ਘਰ ਕਰ ਚੁੱਕਾ ਤਾਂ ਉਸ ਤੋਂ ਕਰਕੇ ਉਹ ਛੁਟਕਾਰਾ ਪਾਉਣ ਲਈ ਜ਼ਿਆਦਾ ਇਹ ਕਹਿੰਦੀਆਂ ਕਿ ਅਬਰਾਡ ਚਲੋ? ਡੂ ਯੂ ਥਿੰਕ ਦੈਟਸ ਦ ਰੀਜ਼ਨ? ਦੇਖੋ, ਜਿਹੜੀ ਫਰੀडम ਦੀ ਗੱਲ ਹੈ, ਠੀਕ ਹੈ, ਫਰੀडम ਮਤਲਬ ਐਸਾ ਨਹੀਂ ਹੈ ਕਿ ਮੈਂ ਜੋ ਚਾਹਾਂ ਮੈਂ ਉਹ ਕਰਾਂ। ਠੀਕ ਹੈ, ਮੈਂ ਮੰਨਦੀ ਹਾਂ ਇੱਥੇ ਕੁੜੀਆਂ ਨੂੰ ਇੱਕ ਬਹੁਤ ਦਬਿਆ ਹੋਇਆ, ਬਹੁਤ ਇੱਕ ਸੀਮਿਤ ਵਾਤਾਵਰਨ ਮਿਲਦਾ ਹੈ, ਔਰ ਉਹ ਸੋਚਦੀ ਹੈ ਕਿ ਜਦੋਂ ਅਸੀਂ ਬਾਹਰ ਜਾਵਾਂਗੇ ਤਾਂ ਅਸੀਂ ਕਰਾਂਗੇ।
and it is the very reason they get slip off also. ਜਿਹੜੀ ਉਹ ਫਿਸਲਨ ਹੈ, ਜਿਹੜੀ ਆਪਣਾ ਵਿਵੇਕ ਇਸਤੇਮਾਲ ਨਹੀਂ ਕਰ ਪਾਉਂਦੇ, ਉਹ ਉਹੀ ਕਾਰਨ ਹੈ। ਜਦੋਂ ਤੁਹਾਨੂੰ ਬਹੁਤ ਜ਼ਿਆਦਾ ਸ਼ੈਕਲਸ ਦੇ ਵਿੱਚ ਰੱਖਿਆ ਜਾਏਗਾ ਔਰ ਤੁਸੀਂ ਇੱਕਦਮ ਬਾਹਰ ਪੰਛੀ ਦੀ ਤਰ੍ਹਾਂ ਉੜਨ ਦੀ ਕੋਸ਼ਿਸ਼ ਕਰੋਗੇ ਔਰ ਤੁਹਾਡੇ ਪੰਖ ਮਜ਼ਬੂਤ ਨਹੀਂ ਹੈ, ਤੁਹਾਡੀ ਧਰਾਤਲ ਮਜ਼ਬੂਤ ਨਹੀਂ ਹੈ, you tend to fall down. ਰਾਈਟ ਭੈਣ ਜੀ, ਆਪਾਂ ਗੱਲਾਂ ਕਰ ਲਈਆਂ ਕਾਫੀ। ਆਪਣੇ ਕੋਲ 1 ਮਿੰਟ ਹੈਗਾ, ਜੇ ਤੁਸੀਂ ਕੁਝ NRI ਨੂੰ ਕਹਿਣਾ ਚਾਹੋ, NRI ਦੇ ਵਿੱਚ ਸੰਦੇਸ਼ਾ ਦੇਣਾ ਚਾਹੋ। NRI as well as non NRIs, मैं कहूँगी कि अपनी ताकत ਨੂੰ ਪਹਿਚਾਨਣਾ ਚਾਹੀਦਾ ਹੈ। No one else in the world should decide for us. Right. ਕਿ ਅਸੀਂ ਕੀ ਕਰਨਾ ਚਾਹੀਦਾ ਹੈ, ਸਾਨੂੰ ਕੀ ਨਹੀਂ ਕਰਨਾ ਚਾਹੀਦਾ। ਪਰਮਾਤਮਾ ਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਹੈ, ਕੋਈ ਸੁਪਰੀਮ ਪਾਵਰ ਹੈ, ਮੈਂ ਬਿਲੀਵ ਕਰਦੀ ਹਾਂ। ਠੀਕ ਹੈ, ਅਸੀਂ ਭਾਰਤ ਦੇ ਵਿੱਚ ਜੰਮੇ ਪਲੇ, ਅਸੀਂ ਪੰਜਾਬ ਦੇ ਵਿੱਚ ਪੈਦਾ ਹੋਏ, ਅਸੀਂ ਕਿਸੇ ਪਰਟੀਕੂਲਰ ਪਿੰਡ ਦੇ ਵਿੱਚ ਆਏ, ਕਿਸੇ ਪਰਟੀਕੂਲਰ ਫੈਮਿਲੀ ਦੇ ਵਿੱਚ ਆਏ। ਇਟ ਆਲ ਹੈਜ਼ ਰੀਜ਼ਨਸ। ਐਸਾ ਨਹੀਂ ਹੈ ਕਿ ਰੈਂਡਮਲੀ ਉਠਾ ਕੇ ਕਿਸੇ ਨੂੰ ਵੀ ਕਿਤੇ ਵੀ ਪਾ ਦਿੱਤਾ। ਉਹ ਤਾਕਤ ਨੂੰ ਪਹਿਚਾਨਣਾ, ਔਰ ਸਾਡੇ ਇੱਥੇ ਬਹੁਤ ਕੁਝ ਹੈ। ਮੈਂ ਨਹੀਂ ਕਹਿੰਦੀ ਕਿ ਕੋਈ ਕੈਨੇਡਾ ਨਾ ਜਾਏ, ਕੋਈ ਆਸਟ੍ਰੇਲੀਆ ਨਾ ਜਾਏ, ਜਿਹਦਾ ਜੋ ਮਨ ਕਰੇ ਉਹ ਕਰੇ, ਪਰ ਆਪਣੀ ਧਰਾਤਲ ਨੂੰ ਸਮਝ ਕੇ ਕਰਨ। ਉਹ ਕੋਈ ਫੇਕ ਜਾਂ ਕਿਸੇ ਦੀ ਰੀਸ ਜਾਂ ਸਿਰਫ ਪਿੱਛੇ ਲੱਗ ਕੇ ਐਗਜ਼ੈਕਟਲੀ ਜਾਂ ਇਕਨੋਮਿਕ ਮੋਟਿਵ ਨਾ ਹੋਏ ਖਾਲੀ, ਬਿਕੋਜ਼ ਲਾਈਫ ਇਜ਼ ਨੋਟ ਜਸਟ ਅਬਾਊਟ ਇਕਨੋਮਿਕਸ। ਉਹ ਤਾਂ ਇੱਕ ਬਹੁਤ ਟੈਂਪਰੇਰੀ ਜੀ ਚੀਜ਼ ਹੁੰਦੀ ਹੈ ਜਿਹੜੀ ਤੁਹਾਨੂੰ ਪਲੇਜ਼ਰ ਦਿੰਦੀ ਹੈ, ਖੁਸ਼ੀ ਦਿੰਦੀ ਹੈ, ਬਟ ਲਾਈਫ ਇਜ਼ ਅਬਾਊਟ ਰਿਲੇਸ਼ਨਸ਼ਿਪਸ, good relationships. Life is about emotions. Life is about your mother earth. Life is about your nation. ਭਾਰਤ ਜਾਂ ਪੰਜਾਬ ਤੁਹਾਨੂੰ 20-25 ਸਾਲ ਇੰਨਾ ਕੁਝ ਦੇ ਰਿਹਾ, ਤੁਹਾਡਾ ਪਿੰਡ ਤੁਹਾਨੂੰ ਇੰਨਾ ਕੁਝ ਦੇ ਰਿਹਾ, ਤੁਹਾਡੇ ਬਜ਼ੁਰਗ ਇੰਨਾ ਕੁਝ ਦੇ ਰਹੇ। ਨਾਓ ਇਟ ਇਜ਼ ਆਵਰ ਟਾਈਮ, ਕਿਉਂਕਿ 25-30 ਸਾਲ ਦੀ ਉਮਰ ਦੇ ਵਿੱਚ ਹੀ ਜਿਹੜਾ ਇੱਕ ਇਨਸਾਨ ਹੁੰਦਾ, ਉਹਦੇ ਕੋਲ ਫਿਜ਼ੀਕਲ ਮੈਂਟਲ ਐਨਰਜੀ ਸਭ ਤੋਂ ਜ਼ਿਆਦਾ ਹੁੰਦੀ ਹੈ। ਐਂਡ ਆਫਟਰ 35 ਆਫਟਰ 40 ਇਟ ਕਮਸ ਟੂ ਅ ਡਿਕਲਾਈਨ, ਔਰ ਹੌਲੀ ਹੌਲੀ ਨੀਚੇ ਆਣੀ ਸ਼ੁਰੂ ਹੁੰਦੀ ਹੈ। ਤਾਂ ਜਿਹੜਾ ਇਹ ਟਾਈਮ ਹੈ, ਅਗਰ ਇਹੀ ਅਸੀਂ ਕਿਸੇ ਹੋਰ ਦੇਸ਼ ਨੂੰ, ਕਿਸੇ ਹੋਰ ਲੋਕਾਂ ਨੂੰ ਦੇਵਾਂਗੇ, ਅਸੀਂ ਆਪਣੇ ਦੇਸ਼ ਦੇ ਨਾਲ ਕੀ ਕਰ ਰਹੇ ਹਾਂ? ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਪੰਜਾਬੀ ਹਾਂ? ਯੂ ਨੋ ਵਾਟ ਆਰ ਯੂ ਡੂਇੰਗ ਫॉर ਪੰਜਾਬ? ਜਿਹੜਾ ਖੇਤੀ ਵਿਰਾਸਤ ਮਿਸ਼ਨ ਹੈ, ਆਰਗੈਨਿਕ ਫਸਲਾਂ, ਉੱਤੇ ਬਹੁਤ ਕੁਐਸਚਨਸ ਨੇ। ਦੱਤ ਸਾਹਿਬ ਨੂੰ ਵੀ ਥੋੜੇ ਦਿਨਾਂ ਤੱਕ ਲੈ ਕੇ ਆਵਾਂਗੇ, ਮੈਂ ਉਹਨਾਂ ਨਾਲ ਪ੍ਰੋਗਰਾਮ ਕਰ ਵੀ ਚੁੱਕਾ, ਪਰ ਤੁਹਾਡੇ ਤੋਂ ਵੀ ਕੁਐਸਚਨ ਹੋਰ ਨੇ, ਪਰ ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ। ਜੋ ਵੀ ਗੱਲਾਂ ਬਾਤਾਂ ਕੀਤੀਆਂ ਤੁਸੀਂ, ਅਰਲੀ ਮਾਰਨਿੰਗ ਸਾਡੇ ਲਈ ਟਾਈਮ ਕੱਢਿਆ, ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਬਹੁਤ ਬਹੁਤ ਧੰਨਵਾਦ। ਥੋੜੇ ਦਿਨਾਂ ਤਾਈਂ ਫਿਰ ਤੁਹਾਡੇ ਦਰਸ਼ਨ ਕਰਦੇ ਹਾਂ ਇਸੇ ਮੰਚ ਤੇ। ਸ਼ੁਕਰੀਆ ਮੈਡਮ। ਥੈਂਕ ਯੂ। ਦਰਸ਼ਕੋ, ਇਹ ਸਰੂਪ ਸੀ ਗਰਗ। ਆਪਦੇ ਵੱਲੋਂ ਅਸੀਂ ਬੈਸਟ ਕੋਸ਼ਿਸ਼ ਕੀਤੀ ਕਿ ਕੁਝ ਮੋਟੀਵੇਸ਼ਨਲ ਖਾਸ ਕਰਕੇ ਕੁੜੀਆਂ ਵਾਸਤੇ ਪੇਸ਼ ਕੀਤਾ ਜਾਵੇ। ਹੋਪਫੁਲੀ ਤੁਹਾਨੂੰ ਚੰਗਾ ਲੱਗੂਗਾ ਪ੍ਰੋਗਰਾਮ। ਮੈਨੂੰ ਜ਼ਰੂਰ ਟਿੱਪਣੀ ਕਰਿਓ। ਕੋਈ ਵੀ ਪ੍ਰੋਗਰਾਮ ਹੈ, ਕੋਈ ਗੱਲਬਾਤ ਹੈ, ਕਿਸੇ ਬਿਜ਼ਨਸ ਦੁਆਰਾ ਖੁੱਲ੍ਹ ਗਿਆ ਔਰ ਕਿਸੇ ਤਰ੍ਹਾਂ ਦੀ ਸਾਡੀ ਕੋਈ ਲੋੜ ਹੈ ਤਾਂ ਮੈਨੂੰ ਜ਼ਰੂਰ ਕਾਲ ਕਰੋ 4084063309 ਜਾਂ ਫਿਰ gurlal@justbroadcasting.com। ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ। ਅੱਜ ਦਾ ਪ੍ਰੋਗਰਾਮ ਇੱਥੋਂ ਤੱਕ ਹੀ ਸੀ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।